ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪੰਜਾਬ ਹਿਸਟਰੀ ਦੇ ਨਾਲ ਰਿਲੇਟਡ ਤੁਹਾਡੀਆਂ ਰਿਵੀਜ਼ਨ ਕਲਾਸਿਸ ਸਟਾਰਟ ਕੀਤੀਆਂ ਸੀ ਤੇ ਉਹਨਾਂ ਰਿਵੀਜ਼ਨ ਕਲਾਸਿਸ ਦੇ ਵਿੱਚ ਮੈਂ ਟੌਪਿਕ ਵਾਈਜ਼ ਤੁਹਾਨੂੰ ਜਿਹੜੀਆਂ ਰਿਵੀਜ਼ਨ ਕਲਾਸਿਸ ਆ ਤੁਹਾਡੇ ਲਈ ਲੈ ਕੇ ਆਈ ਸੀ। ਟੌਪਿਕ ਵਾਈਜ਼ ਆਪਾਂ ਕੱਲ ਪੰਜਾਬ ਦਾ ਪ੍ਰਾਚੀਨ ਇਤਿਹਾਸ ਕੀਤਾ ਤੇ ਪੰਜਾਬ ਦੇ ਪ੍ਰਾਚੀਨ ਇਤਿਹਾਸ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਜੀ 14th ਸੈਂਚੁਰੀ ਔਨਵਰਡ, ਜਾਨੀ ਕਿ 14ਵੀਂ ਸਦੀ ਤੋਂ ਬਾਅਦ ਦਾ ਸਮਾਂ। 14ਵੀਂ ਸਦੀ ਤੋਂ ਬਾਅਦ ਦੇ ਸਮੇਂ ਦੇ ਵਿੱਚ ਸਾਡਾ ਸਿੱਖ ਧਰਮ ਸਟਾਰਟ ਹੋ ਚੁੱਕਿਆ ਸੀ ਤੇ ਸਿੱਖ ਧਰਮ ਦੇ ਨਾਲ ਹੀ ਰਿਲੇਟਡ ਸਾਡੀ ਹਿਸਟਰੀ ਆ ਜਿਹੜੀ ਉਹ ਜ਼ਿਆਦਾ ਇੰਪੋਰਟੈਂਟ ਆ। ਦੇਖੋ ਤੁਸੀਂ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਸਿਲੇਬਸ ਦੇ ਵਿੱਚ ਦੇਖਿਆ ਹੋਣਾ 14th ਸੈਂਚੁਰੀ ਔਨਵਰਡ, ਜਾਨੀ ਕਿ ਜਿਹੜਾ ਵੀ ਇਤਿਹਾਸ ਆਉਣਾ 14ਵੀਂ ਸਦੀ ਤੋਂ ਬਾਅਦ ਵਾਲਾ ਜ਼ਿਆਦਾ ਇੰਪੋਰਟੈਂਟ ਆ। ਤਾਂ ਇਹਦਾ ਮੀਨਿੰਗ ਕੀ ਆ ਕਿ 14ਵੀਂ ਸਦੀ ਦੇ ਵਿੱਚ ਜਿਹੜੀ 14ਵੀਂ ਸਦੀ ਆ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਬਾਬਰ ਦਾ ਸਮਾਂ ਬਹੁਤ ਇੰਪੋਰਟੈਂਟ ਸੀ। ਠੀਕ ਹੈ, ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 14th ਸੈਂਚੁਰੀ ਔਨਵਰਡ ਦੇ ਨਾਲ ਰਿਲੇਟਡ ਤੁਹਾਡੇ ਲਈ ਰਿਵੀਜ਼ਨ ਕਲਾਸਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਨਾਲ ਰਿਲੇਟਡ ਇੰਪੋਰਟੈਂਟ MCQ ਕਵਰ ਕਰਾਂਗੇ। ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ। ਹਰ ਕੁਐਸਚਨ ਦੇ ਨਾਲ ਰਿਲੇਟਡ ਬਣਦਾ ਮੈਂ ਤੁਹਾਨੂੰ ਇੱਕ ਫੈਕਟ ਵੀ ਦੱਸਾਂਗੀ ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੋ ਸਕਦਾ ਹੈ ਤੇ ਤੁਸੀਂ ਵੀਡੀਓ ਨੂੰ ਐਜ਼ ਅ ਟੈਸਟ ਮੰਨ ਕੇ ਚੱਲ ਸਕਦੇ ਹੋ ਉਸ ਨੂੰ ਸੁਣਨ ਤੋਂ ਬਾਅਦ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਟੌਪਿਕ ਵਾਈਜ਼ ਅਸੀਂ ਕਵਰ ਕਰਾਂਗੇ ਤੁਹਾਡੀ ਸਾਰੀ ਹੀ ਹਿਸਟਰੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੋਂ ਇੱਕ ਵਾਰ ਕਿਸੇ ਐਗਜ਼ਾਮ ਦੀ ਤਿਆਰੀ ਕਰਕੇ ਐਗਜ਼ਾਮ ਦਿੰਦੇ ਹੋ ਤਾਂ ਅਗਲੀ ਵਾਰ ਵੀ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ। ਮੰਨ ਲਓ ਕਈ ਵਾਰੀ ਅਸੀਂ ਆਪਣਾ ਰੈਂਕ ਵਧਾਉਣ ਲਈ ਹੋਰ ਉੱਚੀ ਪੋਸਟ ਭਰਦੇ ਆ ਨਾ, ਤਾਂ ਉਹਦੇ ਵਿੱਚ ਵੀ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਤੁਸੀਂ ਇੱਕ ਵਾਰ ਤਿਆਰੀ ਕੀਤੀ ਸੀ ਤੇ ਉਸਦੇ ਫਾਇਦੇ ਤੁਹਾਨੂੰ ਅੱਜ ਵੀ ਹੋ ਰਹੇ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ। ਹਰੇਕ ਗੁਰੂ ਜੀ ਨਾਲ ਇੰਪੋਰਟੈਂਟ MCQ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 10 ਐਕਸਟਰਾ ਫੈਕਟ ਦੱਸਾਂਗੀ ਜਿਹੜੇ ਕਿ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰ ਲੈਣੇ ਨੇ ਤਾਂ ਜੋ ਤੁਸੀਂ ਵੀਡੀਓ ਨੂੰ ਵਿੱਚ ਐਜ਼ ਅ ਟੈਸਟ ਮੰਨ ਕੇ ਆਪਣੀ ਰਿਵੀਜ਼ਨ ਨਾਲ ਦੀ ਨਾਲ ਹੀ ਕਰ ਸਕੋ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ। ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਕੁਝ ਦੱਸ ਦੇਣਾ ਚਾਹੁੰਦੀ ਹਾਂ, ਤੁਹਾਡੇ 2 ਮਿੰਟ ਲੈਣਾ ਚਾਹੁੰਦੀ ਹਾਂ। ਤਾਂ ਇਸ 2 ਮਿੰਟ ਦੇ ਵਿੱਚ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦਾ ਸਿਲੇਬਸ ਉਠਾ ਕੇ ਦੇਖ ਲਓ, ਜੋ ਵੀ ਹਿਸਟਰੀ ਪੁੱਛੀ ਜਾਂਦੀ ਹੈ ਉਹਨਾਂ ਨੇ ਲਿਖਿਆ ਹੁੰਦਾ 14th ਸੈਂਚੁਰੀ ਔਨਵਰਡ, ਜਾਨੀ ਕਿ 14ਵੀਂ ਸਦੀ ਤੋਂ ਅੱਗੇ। 14ਵੀਂ ਸਦੀ ਤੋਂ ਅੱਗੇ ਵਾਲੀ ਹਿਸਟਰੀ ਤੁਹਾਡੇ ਲਈ ਇੰਪੋਰਟੈਂਟ ਆ। 14ਵੀਂ ਸਦੀ ਕਿਹੜੀ ਆ? 1301 ਤੋਂ ਲੈ ਕੇ 1400 ਤੇ 1400 ਤੋਂ ਅੱਗੇ ਦੀ ਗੱਲ ਹੋ ਰਹੀ ਹੈ ਇਹਦਾ ਮਤਲਬ। ਠੀਕ ਹੈ, ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੁਹਾਨੂੰ ਇਹੀ ਲਿਖਿਆ ਮਿਲੇਗਾ ਸਿਲੇਬਸ ਦੇ ਵਿੱਚ, ਹਿਸਟਰੀ ਆਫ 14th ਸੈਂਚੁਰੀ ਔਨਵਰਡ। ਠੀਕ ਹੈ, ਤੇ ਉਸ ਦੇ ਵਿੱਚ ਜੋ ਸਾਡੇ ਕੋਲੇ ਹਿਸਟਰੀ ਇੰਪੋਰਟੈਂਟ ਆਉਂਦੀ ਆ ਉਹ ਆਉਂਦੀ ਆ ਸਿੱਖ ਗੁਰੂਜ਼ ਦੇ ਨਾਲ ਰਿਲੇਟਡ। ਤੇ ਸਿੱਖ ਗੁਰੂਜ਼ ਨਾਲ ਰਿਲੇਟਡ ਤੁਹਾਨੂੰ 3 ਤੋਂ ਲੈ ਕੇ 4 ਨੰਬਰ ਦੇ MCQ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਆ। ਤੁਹਾਨੂੰ ਪਤਾ ਹੋਵੇਗਾ ਜਿਹੜੇ ਸਟੂਡੈਂਟ ਆਲਰੇਡੀ ਕੋਈ ਨਾ ਕੋਈ ਐਗਜ਼ਾਮ ਦਿੰਦੇ ਰਹਿੰਦੇ ਆ, ਜਾਂ ਤਾਂ MCQ ਬਹੁਤ ਜ਼ਿਆਦਾ ਸਿੰਪਲ ਹੁੰਦੇ ਆ ਤੇ ਜਾਂ ਫਿਰ ਇਸ ਤਰ੍ਹਾਂ ਦੇ ਹੁੰਦੇ ਆ ਕਿ ਅਸੀਂ ਕਨਫਿਊਜ਼ਡ ਹੋ ਜਾਂਦੇ ਆ, ਨਹੀਂ ਪਤਾ ਲੱਗਦਾ ਇਸ ਦਾ ਆਨਸਰ ਸ਼੍ਰੀ ਗੁਰੂ ਰਾਮਦਾਸ ਜੀ ਆ ਜਾਂ ਸ਼੍ਰੀ ਗੁਰੂ ਅਮਰਦਾਸ ਜੀ ਆ। ਤਾਂ ਇਸ ਕਰਕੇ ਅਸੀਂ ਕੱਲੇ ਟੌਪਿਕ ਵਾਈਜ਼ ਕਵਰ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਅਲੱਗ ਜੋ ਇੰਪੋਰਟੈਂਟ MCQ ਬਣ ਸਕਦੇ ਆ ਉਹ ਅਸੀਂ ਕਵਰ ਕਰਾਂਗੇ। ਫਿਰ ਅਸੀਂ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਉਹ ਕਵਰ ਕਰਾਂਗੇ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਇੱਕ ਕਾਪੀ ਪੈਨ ਉਠਾ ਲਓ, ਉਸ ਤੇ ਤੁਸੀਂ ਇਕੱਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ, ਜਿਵੇਂ ਮੈਂ ਅੱਜ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਰਵਾਉਣਾ, ਤੁਸੀਂ ਇਹਨਾਂ ਦਾ ਜਨਮ ਲਿਖੋਗੇ, ਜਨਮ ਸਥਾਨ ਲਿਖੋਗੇ, ਫਿਰ ਮਾਤਾ ਪਿਤਾ ਦਾ ਨਾਮ, ਫਿਰ ਪਤਨੀ ਦਾ ਨਾਮ, ਫਿਰ ਇਹਨਾਂ ਦੇ ਸਪੁੱਤਰਾਂ ਦਾ ਨਾਮ, ਫਿਰ ਇਹਨਾਂ ਨੇ ਕਿਹੜੀਆਂ ਰਚਨਾਵਾਂ ਕੀਤੀਆਂ, ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ, ਇਹਨਾਂ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ, ਇਹਨਾਂ ਨੇ ਆਪਣੀ ਜਿਹੜੀ ਕਿਹੜੀ ਪ੍ਰਥਾ ਵਾ ਜਿਹੜੀਆਂ ਚਲਾਈਆਂ ਵਾ। ਠੀਕ ਹੈ, ਜਾਂ ਇਹਨਾਂ ਦੇ ਸਮੇਂ ਕਿਹੜੇ ਮੁਗਲ ਬਾਦਸ਼ਾਹ ਸੀ, ਇਹਨਾਂ ਦੇ ਉੱਤਰਾਧਿਕਾਰੀ ਕੌਣ ਸੀ ਤੇ ਜੋਤੀ ਜੋਤ ਕਦੋਂ ਸਮਾਈ। ਟੋਟਲ 10 ਲਾਈਨਾਂ ਇਹ। ਠੀਕ ਹੈ, ਟੋਟਲ 10 ਲਾਈਨਾਂ ਮਾ 10 ਫੈਕਟ ਆ ਜਿਹੜੇ ਤੁਸੀਂ ਇਹ ਨੋਟ ਕਰ ਲੈਣੇ ਆ। ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਜੇਕਰ ਤੁਸੀਂ ਇਕੱਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਮੇਰੇ ਨਾਲ ਨੋਟ ਕਰਦੇ ਜਾਓਗੇ। ਤਾਂ ਇਸ ਕਰਕੇ ਜੋ ਤੁਹਾਨੂੰ ਇਸ ਦੇ ਫਾਇਦੇ ਹੋਣਗੇ ਉਹ ਤੁਸੀਂ ਅੱਜ ਤੋਂ 2 ਸਾਲ ਬਾਅਦ ਵੀ ਕੋਈ ਕੰਪੀਟੀਟਿਵ ਐਗਜ਼ਾਮ ਦੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਹਾਂ ਅਸੀਂ ਇੱਕ ਵਾਰ ਤਿਆਰੀ ਕੀਤੀ ਸੀ, ਉਸ ਦਾ ਫਾਇਦਾ ਸਾਨੂੰ ਅੱਜ ਵੀ ਹੋ ਰਿਹਾ ਹੈ। ठीक है, तो ज़्यादा टाइम वेस्ट ना करते हुए हुण असीं अपनी अज दी ये वीडियो स्टार्ट करते हैं। जेकर तुहानूं वीडियो चंगी लगे तो प्लीज़ वीडियो नूं लाइक अते शेयर करना ना भुलना।
क्वेश्चन नंबर 1, सिख धर्म के संस्थापक कौन सी? हाँ जी, सिख धर्म के संस्थापक कौन सी? सिख धर्म के संस्थापक सी श्री गुरु नानक देव जी। ऑप्शन नंबर ए इज़ द राइट आंसर। हर एक स्टूडेंट्स नूं खुद आंसर सोचण दे लई मैं 3 सैकेंड दवांगी। अगला प्रश्न, पंजाब विच भगती अंदोलन के संस्थापक कौन सी? हाँ जी, पंजाब विच भगती अंदोलन के संस्थापक अते सिख धर्म के संस्थापक श्री गुरु नानक देव जी ही सी। ऑप्शन नंबर ए इज़ द राइट आंसर, वेरी वेरी इंपॉर्टेंट। अगला प्रश्न, श्री गुरु नानक देव जी का जन्म किस साल होया सी? हाँ जी, श्री गुरु नानक देव जी का जन्म 1469 ईस्वी नूं होया सी। ऑप्शन नंबर सी इज़ द राइट आंसर। श्री गुरु नानक देव जी का जन्म 15 अप्रैल 1469 ईस्वी नूं होया। कित्थे होया सी? राए भोए दी तलवंडी, जिहड़ी कि हुण पाकिस्तान दे विच आ, ठीक है, ननकाना साहिब विखे होया। इन्हां दी माता ते पिता का नाम की है? इन्हां दी माता का नाम आ माता तृप्ता जी, तो इन्हां दे पिता का नाम आ पिता मेहता कालू, ठीक है। कई बुक्स से तुहानूं मेहता कालिया दास बेदी लिखिया मिलेगा। इन्हां दी पत्नी का नाम आ बीबी सुलखनी, इन्हां दे सपुत्र का नाम आ बाबा श्री चंद अते लक्ष्मी दास, ठीक है जी। अगला प्रश्न, श्री गुरु नानक देव जी के समकाली मुगल शासक कौन सी? हाँ जी, श्री गुरु नानक देव जी के समकाली मुगल शासक सन, कौन सन? बाबर अते हमांजू। ज़्यादातर स्टूडेंट्स की करनगे कि उपरों बाबर ऑप्शन दे के जल्दी च बाबर ऑप्शन टिक कर देंगे। इन्हां समय 2 मुगल बादशाह सी, तुसीं तो ऑप्शन नूं थोड़ा ध्यान नाल देखना, हो सकता बाबर दी ऑप्शन ना मिले, हमांजू दी ऑप्शन आ जाए, तो राइट आंसर होगा ऑप्शन नंबर डी, ठीक है, बी अते सी दोवें। अगला प्रश्न, सतगुरु नानक प्रगटिया मिट्टी धुंद जग चानण होया, ये शब्द किसने कहे? हाँ जी, सतगुरु नानक प्रगटिया मिट्टी धुंद जग चानण होया, ये शब्द कहे सी भाई गुरदास जी ने कि जदों श्री गुरु नानक देव जी का जन्म होया अगियानता का हनेरा दूर हो गया। ऑप्शन ए इज़ द राइट आंसर। अगला प्रश्न असीं करते हैं जी, श्री गुरु नानक देव जी के समकाली मुगल कौन सन? हाँ जी, बाय मिसटेक सॉरी ये टाइप हो गया, इत्थे तुहानूं ये पुछया गया कि श्री गुरु नानक देव जी के पिता का नाम की है, ठीक है, ये पूछा गया इत्थे तुहानूं ते बाई मिसटेक टाइप हो गया। श्री गुरु नानक देव जी के पिता का नाम है मेहता कालू। ऑप्शन नंबर ए इज़ द राइट आंसर, ठीक है जी। अगला प्रश्न असीं करते हैं, श्री गुरु नानक देव जी के माता का नाम की सी? हाँ जी, श्री गुरु नानक देव जी की माता का नाम सी माता तृप्ता देवी। ऑप्शन नंबर सी इज़ द राइट आंसर, माता तृप्ता देवी। अगला प्रश्न, श्री गुरु नानक देव जी दीयां यात्रावां नूं किस नाम वजों जाणिया जांदा है? हाँ जी, श्री गुरु नानक देव जी दीयां यात्रावां नूं उदासियां बोलिया जाता है। ऑप्शन नंबर ए इज़ द राइट आंसर। ये उदासियां इन्हां ने चारे दिशावां दे विच कीतियां सी, ठीक है जी। अगला प्रश्न, श्री गुरु नानक देव जी द्वारा किस शहर की स्थापना की गई सी? हाँ जी, स्थापना तुहाडे लई बहुत इंपॉर्टेंट आ, किसी भी गुरु साहिबान नाल आ सकता है कि किहड़े गुरु जी ने, ठीक है, किहड़े शहर की स्थापना की सी। कोई भी गुरु साहिबान नाल तुहानूं पुछया जा सकदा किसी भी स्थान का नाम दे के, क्योंकि सारे ही गुरु साहिबान जी ने किसी ना किसी शहर की स्थापना की सी। तो इसका राइट आंसर है ऑप्शन नंबर डी, श्री गुरु नानक देव जी ने स्थापना की सी करतारपुर की, जिहड़ा कि हुण पाकिस्तान विच आ, ते इत्थे ही श्री गुरु नानक देव जी ने अपना आखिरी समा बतीत कीता सी। ते हरेक उदासी तो बाद श्री गुरु नानक देव जी करतारपुर आउंदे सी। जिवें पहली उदासी जदों खत्म हुई सी, दूजी शुरू करनी सी, दूजी शुरू करन तो पहलां ही करतारपुर आउंदे सी। अगला प्रश्न, संगत की धारणा किसने स्थापित की? हाँ जी, संगत की धारणा ते लंगर की प्रथा किन्हां ने स्थापित की सी? श्री गुरु श्री गुरु नानक देव जी ने। ऑप्शन नंबर बी इज़ द राइट आंसर। अगला प्रश्न है जी, 12वां किस गुरु की रचना है? हाँ जी, 12वां श्री गुरु नानक देव जी दियां इंपॉर्टेंट रचनावां ने जपजी साहिब, आसां दी वार, एक ओंकार, सिंध गोष्ठ, 12वां। ते 12वां किस गुरु साहिबान की रचना है? श्री गुरु नानक देव जी की रचना है। ऑप्शन नंबर बी इज़ द राइट आंसर। अगला प्रश्न असीं करते हैं जी,
ਕਰਤਾਰਪੁਰ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਆ, ਇਹ ਕਿਹੜੀ ਨਦੀ ਤੇ ਸਥਿਤ ਆ? ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜੋ ਬਿਆਸ ਸਤਲੁਜ ਨਦੀ ਆ ਇਹ ਤਾਂ ਇਸ ਟਾਈਮ ਪੰਜਾਬ ਦੇ ਵਿੱਚ ਹੀ ਆ, ਪਰ ਜਿਹੜੀ ਰਾਵੀ ਨਦੀ ਆ ਇਹ ਅੱਧੀ ਪੰਜਾਬ 'ਚ ਆ ਤੇ ਅੱਧੀ ਪਾਕਿਸਤਾਨ ਦੇ ਵਿੱਚ ਵਹਿੰਦੀ ਆ। ਠੀਕ ਹੈ, ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਰਾਵੀ। ਜਿਹੜਾ ਕਰਤਾਰਪੁਰ ਸਾਹਿਬ ਆ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਆ, ਉਹ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਰਾਵੀ ਨਦੀ ਦੇ। ਅਗਲਾ ਪ੍ਰਸ਼ਨ ਆ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਕੀ ਸਨ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਸੀ ਤੇ ਇਹਨਾਂ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਪਹਿਲੇ ਪੁੱਤਰ ਆ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਅਤੇ ਦੂਸਰੇ ਪੁੱਤਰ ਦਾ ਨਾਮ ਆ ਬਾਬਾ ਲਖਮੀ ਦਾਸ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਅਗਲਾ ਪ੍ਰਸ਼ਨ ਆ, ਜਪਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ? ਹਾਂਜੀ, ਸਾਨੂੰ ਸਭ ਨੂੰ ਹੀ ਪਤਾ ਕਿ ਜਪਜੀ ਸਾਹਿਬ। ਅੱਛਾ, ਇੱਕ ਤੁਸੀਂ ਇਹ ਦੇਖਿਆ ਲਿਖਿਆ ਹੋਣਾ ਜਾਪ ਸਾਹਿਬ। ਠੀਕ ਹੈ, ਜਾਪ ਸਾਹਿਬ ਦੀ ਰਚਨਾ ਕਿਹਨਾਂ ਨੇ ਕੀਤੀ ਸੀ? ਇਹ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਜਪਜੀ ਸਾਹਿਬ ਦੀ ਰਚਨਾ ਕੀਤੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਇਸ ਗੱਲ 'ਚ ਧਿਆਨ ਰੱਖਣਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਕਿਸ ਰਾਜਵੰਸ਼ ਦਾ ਰਾਜ ਸੀ? ਹਾਂਜੀ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਪੰਜਾਬ ਦੇ ਵਿੱਚ ਲੋਧੀ ਖਾਨਦਾਨ ਦਾ ਰਾਜ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਲੋਧੀ ਖਾਨਦਾਨ। ਅਗਲਾ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਸੀ ਜੋ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ ਕਾਲੀ ਬੇਈ ਨਦੀ ਦੇ ਵਿੱਚੋਂ। ਠੀਕ ਹੈ, ਉਹ ਲੋਪ ਰਹੇ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਾਲੀ ਬੇਈ ਨਦੀ ਦੇ ਵਿੱਚ, ਤੇ 3 ਦਿਨਾਂ ਬਾਅਦ ਉਹਨਾਂ ਨੂੰ ਜਦੋਂ ਬਾਹਰ ਆਏ ਸੀ ਤਾਂ ਉਹਨਾਂ ਨੇ ਮੂੰਹੋਂ ਇਹ ਸ਼ਬਦ ਨਿਕਲੇ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹ ਗਿਆਨ ਦਾ ਪ੍ਰਚਾਰ ਕਰਨ ਲਈ ਉਹਨਾਂ ਨੇ ਉਦਾਸੀਆਂ ਕੀਤੀਆਂ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ। ਠੀਕ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਸੀ। ਅਗਲਾ ਪ੍ਰਸ਼ਨ, ਕਿਸ ਗੁਰੂ ਨੇ ਕੀਰਤਨ ਪ੍ਰਥਾ ਆਰੰਭ ਕੀਤੀ? ਵੈਰੀ ਇੰਪੋਰਟੈਂਟ। ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਦੀ ਪ੍ਰਥਾ ਆਰੰਭ ਕੀਤੀ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਗਿਆਨ ਪ੍ਰਾਪਤ ਕੀਤਾ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ ਤੇ ਗਿਆਨ ਪ੍ਰਾਪਤ ਕੀਤਾ ਸੀ? ਕਾਲੀ ਬੇਈ ਨਦੀ ਦੇ। ਠੀਕ ਹੈ, ਇੱਥੇ ਹੋਣਾ ਕਾਲੀ ਬੇਈ ਨਦੀ ਦੇ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤ ਕੀਤਾ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਉਦਾਸੀਆਂ ਦੀ ਸ਼ੁਰੂਆਤ ਕਰਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਦਾਸੀਆਂ ਦੀ ਸ਼ੁਰੂਆਤ ਕੀਤੀ ਸੀ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਯਾਤਰਾ ਕੀਤੀ ਸੀ ਸੈਦਪੁਰ ਦੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਸੈਦਪੁਰ। ਅਗਲਾ ਪ੍ਰਸ਼ਨ, ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਹਨ ਉਹਨਾਂ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਹਾਂਜੀ, ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਆ ਉਹਨਾਂ ਨੂੰ ਸਿੱਖਾਂ ਦੇ ਨਾਮ ਨਾਲ ਜਾਣਿਆ ਜਾਂਦਾ, ਸਿੱਖ ਦੇ ਨਾਮ ਨਾਲ ਜਾਣਿਆ ਜਾਂਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸਿੱਖ ਗੁਰੂਆਂ ਲਈ ਗੁਰਗੱਦੀ ਦੀ ਰਸਮ ਕਿਸ ਨੇ ਆਰੰਭ ਕੀਤੀ? ਜਿਵੇਂ ਕਿ ਤੁਹਾਨੂੰ ਪਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਜਾਂ ਆਪਣੀ ਗੁਰਗੱਦੀ ਹੈ ਜਿਹੜੀ ਕਿਹਨਾਂ ਨੂੰ ਸੌਂਪੀ ਸੀ? ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ। ਤਾਂ ਫਿਰ ਕਿਹਨਾਂ ਨੇ ਕੀਤੀ ਸਿੱਖ ਗੁਰੂਆਂ ਲਈ ਗੁਰਗੱਦੀ ਦੀ ਰਸਮ ਆਰੰਭ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਿੱਥੇ ਬਿਤਾਇਆ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਤੇ ਇਹਨਾਂ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਦੇ ਵਿੱਚ ਹੀ ਬਸਾਇਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਉਦਾਸੀ ਦੇ ਦੌਰਾਨ ਮਾਨ ਸਰੋਵਰ ਝੀਲ ਦੀ ਯਾਤਰਾ ਕੀਤੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ ਸੀ। ਠੀਕ ਹੈ, ਤੇ ਇਹਨਾਂ ਨੇ ਤੀਜੀ ਉਦਾਸੀ ਦੇ ਦੌਰਾਨ ਮਾਨ ਸਰੋਵਰ ਝੀਲ ਦੀ ਯਾਤਰਾ ਕੀਤੀ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਦੋਂ ਅਕਾਲ ਚਲਾਣਾ ਕੀਤਾ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਚਲਾਣਾ ਕਦੋਂ ਕੀਤਾ? 1539 ਈਸਵੀ ਦੇ ਵਿੱਚ। ਤੇ ਕਿੱਥੇ ਸੀ ਉਸ ਟਾਈਮ? ਇਹ ਕਰਤਾਰਪੁਰ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮਲਿਕ ਭਾਗੋ ਕੌਣ ਸੀ?
हाँ जी, मलिक भागो कौन सी? शहर का मुख अमीर आदमी सी मलिक भागो। ऑप्शन नंबर सी इज द राइट आंसर। हाँ जी, अगला प्रश्न, भाई लालो कौन सी? भाई लालो कौन सी? भाई लालो एक तरखान सी। ऑप्शन नंबर सी डी इज द राइट आंसर, तरखान। ठीक है, भाई लालो एक तरखान सी, ये तुसी याद रखना। तो इस तो इलावा अगला प्रश्न असी करते हैं जी, श्री गुरु नानक देव जी मलिक भागो ते भाई लालो नूं कित्थे मिले सन? श्री गुरु नानक देव जी पहली उदासी दे विच मलिक भागो अते भाई लालो नूं मिले सी। ऑप्शन नंबर सी इज द राइट आंसर, शहादपुर। अगला प्रश्न है जी, कामरूप सूबे का आधुनिक नाम की सी? हाँ जी, कामरूप सूबे का आधुनिक नाम सी, सूबे का मतलब की होंदा? राज, प्रांत जिन्हों असीं बोल दिंदे हैं। तो कामरूप सूबा वा जिहड़ा इहदा आधुनिक नाम की आ? तो इसका आधुनिक नाम आ जी असम। ये ध्यान च रखना, पूछा जा सकता कि असम नूं पहलां की बोलिया जांदा सी, तो याद रखना कामरूप सूबा बोलिया जांदा सी। ठीक है जी। अगला प्रश्न, श्री गुरु नानक देव जी सज्जन ठग नूं कित्थे मिले सन? हाँ जी, सज्जन ठग नूं श्री गुरु नानक देव जी तालुंबा दे विच मिले सी। ऑप्शन नंबर सी इज द राइट आंसर। अगला प्रश्न, गोरख मता का आधुनिक नाम की है? हाँ जी, गोरख मता का आधुनिक नाम आ नानक मत। ऑप्शन बी इज द राइट आंसर। अगला प्रश्न है जी, मानस की जात सबे एक पहचानवो ये शब्द किस महान शख्सियत दे हन? हाँ जी, मानस की जात सबे एक पहचानवो यह श्री गुरु नानक देव जी दे शब्द आ। ऑप्शन डी इज द राइट आंसर। अगला प्रश्न, श्री गुरु नानक देव जी का पहला चेला बनने का मान किसने प्राप्त किया? हाँ जी, श्री गुरु नानक देव जी का पहले चेले कौन बने सन? तो इसका राइट आंसर है जी ऑप्शन नंबर डी, भाई लालो। भाई लालो श्री गुरु नानक देव जी के पहले चेले बने सी। ठीक है। अगला प्रश्न, गुरुद्वारे की धारणा किसने स्थापित की? गुरुद्वारे की धारणा श्री गुरु नानक देव जी ने स्थापित की। ऑप्शन नंबर ए इज द राइट आंसर, गुरु के द्वारे बैठ के ज्ञान करना, जां आपां कह सकते हैं गुरु के द्वारे बैठ के परमात्मा का नाम जपना। ठीक है, इसका अर्थ ये सी। अगला प्रश्न, ना कोई हिंदू ना कोई मुसलमान ये वाक किस धर्म नाल संबंधित आ? हाँ जी, श्री गुरु नानक देव जी नूं काली बेई नदी दे विच ज्ञान प्राप्त होया सी कि ना कोई हिंदू आ ना कोई मुसलमान, तो ये वाक सिख धर्म के नाल रिलेटिड आ। ऑप्शन बी इज द राइट आंसर। अगला प्रश्न, एक नूर ते सब जग उपजिया कौन भले कौन मंदे ये शब्द किहड़े गुरु साहिबान ने कहे? हाँ जी, एक नूर ते सब जग उपजिया कौन भले कौन मंदे ये शब्द श्री गुरु नानक देव जी ने कहे। ऑप्शन नंबर ए इज द राइट आंसर। अगला प्रश्न है जी, श्री गुरु नानक देव जी ने अपना उत्तराधिकारी किस नूं नियुक्त किया सी? हाँ जी, श्री गुरु नानक देव जी ने अपना उत्तराधिकारी श्री गुरु अंगद देव जी नूं नियुक्त किया सी ते उन्हां दा पुराना नाम जां आपां कह सकते हैं पहला नाम सी भाई लहणा जी। ठीक है, श्री गुरु अंगद देव जी का पहला नाम सी भाई लहणा जी। ठीक है, इस करके इत्थे भाई लहणा जी लिखिया। तो श्री गुरु रामदास जी का पहला नाम सी भाई जेठा जी। इस गल का ध्यान रखना। अगला प्रश्न, हाँ जी, सच्चा सौदा की घटना का की सिट्टा निकलिया? हाँ जी, सच्चे सौदे की घटना का सिट्टा निकलिया सी भुखे भिक्षुआं नूं भोजन देना। ऑप्शन बी इज द राइट आंसर। अगला प्रश्न है जी, किरत करो वंड छको नाम जपो का सिद्धांत किसने दिता? हाँ जी, किरत करो वंड छको नाम जपो का सिद्धांत दिता सी श्री गुरु नानक देव जी ने। ऑप्शन ए इज द राइट आंसर। अगला प्रश्न, श्री गुरु नानक देव जी द्वारा परमात्मा नूं प्राप्त करने लई किहड़ा मार्ग उचित मन्निया गया सी? हाँ जी, श्री गुरु नानक देव जी द्वारा जेकर असी परमात्मा नूं प्राप्त करना चाहुंदे आ तो सानू नाम जपना पैना। ठीक है, किहड़ा नाम मार्ग उन्होंने दसिया? नाम जपना। ऑप्शन डी इज द राइट आंसर। अगला प्रश्न, मुगल शासक बाबर ने किस हमले विच श्री गुरु नानक देव जी बंदी बनाए सन? हाँ जी, मुगल शासक बाबर इन्हां ने अपने तीजे हमले दे विच श्री गुरु नानक देव जी बंदी बनाए सी। तीजी लड़ाई किहड़ी सी इन्हां दी? ये तुसीं कमेंट बॉक्स 'च जरूर लिखना। ठीक है,
ਤੇ ਮੁਗਲ ਸ਼ਾਸਕ ਬਾਬਰ ਨੇ ਤੀਜੇ ਹਮਲੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬੰਦੀ ਬਣਾਏ। ਅਗਲਾ ਪ੍ਰਸ਼ਨ, ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਕਿੱਥੇ ਕੈਦ ਕੀਤਾ ਸੀ? ਹਾਂਜੀ, ਬਾਬਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਸ਼ਿਆਦਪੁਰ ਦੇ ਵਿੱਚ ਕੈਦ ਕੀਤਾ ਸੀ। ਹੁਣ ਤੁਹਾਨੂੰ ਇਹ ਵੀ ਆ ਸਕਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਿਹੜੀ ਉਦਾਸੀ ਦੇ ਸਮੇਂ ਬੰਦੀ ਬਣਾਇਆ? ਤਾਂ ਪਹਿਲੀ ਉਦਾਸੀ ਲਿਖੋਗੇ। ਠੀਕ ਹੈ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਆਪਣੀ ਕਿਹੜੀ ਰਚਨਾ ਵਿੱਚ ਕੀਤਾ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜਿਹੜਾ ਜ਼ਿਕਰ ਆ ਉਹ ਬਾਬਰ ਦੀ ਬਾਣੀ ਦੇ ਵਿੱਚ ਕੀਤਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਚੈਤਨਿਆ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਕਿਹੜੀ ਉਦਾਸੀ ਦੇ ਦੌਰਾਨ ਮਿਲੇ? ਹਾਂਜੀ, ਚੈਤਨਿਆ ਪ੍ਰਭੂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੜੀ ਉਦਾਸੀ ਦੇ ਸਮੇਂ ਮਿਲੇ ਸੀ? ਪਹਿਲੀ ਉਦਾਸੀ ਦੇ ਸਮੇਂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸਿੱਖ ਇਤਿਹਾਸ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ? ਹਾਂਜੀ, ਸਿੱਖ ਇਤਿਹਾਸ ਦੇ ਵਿੱਚ ਪਹਿਲੇ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਸੀ ਕਰਤਾਰਪੁਰ ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ, ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਸੀ ਸਿਕੰਦਰ ਲੋਧੀ, ਇਬਰਾਹਿਮ ਲੋਧੀ, ਬਾਬਰ ਜਾਂ ਉਪਰੋਕਤ ਸਾਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਅਦ ਦੇਖੋ ਸਮਕਾਲੀ ਸ਼ਾਸਕ ਸੀਗੇ ਜਿਹੜੇ, ਇਹਨਾਂ ਦੇ ਸਮੇਂ ਸਿਕੰਦਰ ਲੋਧੀ ਵੀ ਸੀਗਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇਬਰਾਹਿਮ ਲੋਧੀ ਵੀ ਸੀ ਤੇ ਬਾਬਰ ਵੀ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ ਹੈ ਜੀ, ਹਾਂਜੀ, ਕਿਹੜੀ ਉਦਾਸੀ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਬਤੀਤ ਕੀਤਾ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾਂ ਬਤੀਤ ਕੀਤਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਪਹਿਲੀ ਉਦਾਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਦੋਂ ਕੀਤੀ ਸੀ? ਪਹਿਲੀ ਉਦਾਸੀ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1499 ਤੋਂ 1510 ਈਸਵੀ ਦੇ ਵਿੱਚ 1499 ਚ ਆਰੰਭ ਕੀਤੀ ਸੀ। ਠੀਕ ਹੈ, 1510 ਦੇ ਵਿੱਚ ਖਤਮ ਕਰਤੀ ਸੀ। ਜੇ ਆਪਾਂ ਕਹਿ ਸਕਦੇ ਹਾਂ ਇਹ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਸੀਗੇ ਤੇ ਇਹ ਉਦਾਸੀ ਉਹਨਾਂ ਨੇ ਪੂਰਬੀ ਭਾਰਤ ਵੱਲ ਕੀਤੀ ਸੀ। ਪੂਰਬੀ ਭਾਰਤੀ ਵੱਲ ਗਏ ਸੀ ਇਸ ਉਦਾਸੀ ਦੇ ਵਿੱਚ ਉਹ। ਠੀਕ ਹੈ, ਤੇ ਕਿੱਥੋਂ ਸ਼ੁਰੂ ਕੀਤੀ ਸੀ? ਸ਼ਿਆਦਪੁਰ ਤੋਂ ਸ਼ੁਰੂ ਕੀਤੀ ਸੀ ਤੇ 1510 ਵਿੱਚ ਉਹ ਮਥੁਰਾ ਹੁੰਦੇ ਹੋਏ ਵਾਪਸ ਮੁੜ ਆਏ ਸੀ ਕਰਤਾਰਪੁਰ। ਠੀਕ ਹੈ, ਫਿਰ ਅਸੀਂ ਗੱਲ ਕਰੀਏ ਦੂਜੀ ਉਦਾਸੀ ਦੀ, ਤਾਂ ਦੂਜੀ ਉਦਾਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1510 ਤੋਂ 1515 ਈਸਵੀ ਦੇ ਵਿੱਚ ਕੀਤੀ। ਠੀਕ ਹੈ, ਤੀਸਰੀ ਉਦਾਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1515 ਤੋਂ 1517 ਈਸਵੀ ਦੇ ਵਿੱਚ ਕੀਤੀ। ਚੌਥੀ ਉਦਾਸੀ 1517 ਤੋਂ 1521 ਈਸਵੀ ਤੱਕ ਕੀਤੀ। ਇਸ ਗੱਲ ਦਾ ਧਿਆਨ ਰੱਖਣਾ। ਹੁਣ ਤੁਹਾਨੂੰ ਕਿਸੇ ਵੀ ਉਦਾਸੀ ਬਾਰੇ ਕੁਝ ਵੀ ਆ ਸਕਦਾ ਵਾ। ਠੀਕ ਹੈ, ਕੋਈ ਵੀ MCQ ਬਣ ਕੇ ਆ ਸਕਦਾ ਕਿ ਇਹ ਤੀਜੀ ਉਦਾਸੀ ਕਦੋਂ ਆਰੰਭ ਕੀਤੀ ਸੀ। ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਜਾਣਕਾਰੀ ਬਾਰੇ ਜਿਹੜਾ ਮੁੱਖ ਉਦੇਸ਼ ਆ ਉਹ ਹੈ ਜੀ ਮਹਿਮਾ ਪ੍ਰਕਾਸ਼। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਜੇਕਰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਦਾ ਲਿੰਕ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਅੱਗੇ ਆ, ਉਦਾਸੀਆਂ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ? ਹਾਂਜੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਰ ਰਹੇ ਸੀ ਤਾਂ ਇਹਨਾਂ ਦੇ ਸਾਥੀ ਕੌਣ ਸਨ? ਭਾਈ ਵਾਲਾ ਜੀ ਅਤੇ ਭਾਈ ਮਰਦਾਨਾ ਜੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਚੈਤਨਿਆ ਪ੍ਰਭੂ ਕਿੱਥੇ ਮਿਲੇ ਸਨ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਚੈਤਨਿਆ ਪ੍ਰਭੂ ਆ ਜਿਹੜੇ ਇਹ ਮਿਲੇ ਸੀ ਜਗਨਨਾਥਪੁਰੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਪਹਿਲੀ ਉਦਾਸੀ ਦੇ ਦੌਰਾਨ ਮਿਲੇ ਸੀ ਇਹ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਦੀ ਦੇ ਵਿੱਚ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੀ ਸਦੀ ਦੇ ਵਿੱਚ ਹੋਇਆ? ਦੇਖੋ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 1469 ਦੇ ਵਿੱਚ। ਜਿਹੜੀ ਸਦੀ ਆ, ਜੇਕਰ ਆਪਾਂ ਗੱਲ ਕਰੀਏ, ਇਹ ਜਿਹੜੀ ਸਦੀ ਹੈ 15ਵੀਂ ਸਦੀ ਆ। ਕਿਹੜੀ ਆ ਇਹ? 15ਵੀਂ ਸਦੀ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਇਹ 15ਵੀਂ ਸਦੀ ਆ। ਜਿਹੜੀ 15ਵੀਂ ਸਦੀ ਆ ਉਹ ਕਿੱਥੋਂ ਸ਼ੁਰੂ ਹੋਈ ਸੀ? ਉਹ ਸਦੀ 1401 ਤੋਂ
1500 तक ਇਹਨੂੰ ਅਸੀਂ 15ਵੀਂ ਸਦੀ ਬੋਲਦੇ ਹਾਂ। ਜਿਹੜੀ ਸਦੀ 1501 ਤੋਂ ਲੈ ਕੇ 1600 ਤੱਕ ਰਹੀ ਉਹਨੂੰ ਅਸੀਂ 16ਵੀਂ ਬੋਲਾਂਗੇ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਕਿਸ ਪੰਡਿਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਸੀ? ਹਾਂਜੀ, ਕਿਸ ਪੰਡਿਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨੇਊ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ ਸੀ? ਤਾਂ ਇਹ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਪੰਡਿਤ ਹਰਦਿਆਲ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ? ਚੇਤੰਨਿਆ ਪ੍ਰਭੂ, ਇਸ ਦੀ ਅਸੀਂ ਗੱਲ ਕੀਤੀ ਹੈ। ਠੀਕ ਹੈ, ਸੰਤ ਕਬੀਰ ਵੀ ਇਹਨਾਂ ਦੇ ਸਮੇਂ ਸੀ ਤੇ ਬੱਲਭ ਆਚਾਰਿਆ ਵੀ ਇਹਨਾਂ ਦੇ ਸਮੇਂ ਸੀ। ਤਾਂ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ ਆ ਜੀ, ਉਲੇਮਾ ਕੌਣ ਸੀ? ਹਾਂਜੀ, ਉਲੇਮਾ ਕੌਣ ਸੀ? ਤਾਂ ਉਲੇਮਾ ਕੌਣ ਸੀ ਜੀ? ਉਲੇਮਾ ਸੀ ਇਸਲਾਮ ਦੇ ਧਾਰਮਿਕ ਆਗੂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਸਲਾਮ ਦੇ ਧਾਰਮਿਕ ਆਗੂ ਸੀ ਉਲੇਮਾ। ਅਗਲਾ ਪ੍ਰਸ਼ਨ, ਕਿਸ ਉਦਾਸੀ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕਾ ਅਤੇ ਮਦੀਨਾ ਦੀ ਯਾਤਰਾ ਕੀਤੀ? ਹਾਂਜੀ, ਮੱਕਾ ਮਦੀਨਾ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ। ਤਾਂ ਇਹਦੀ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਦੇ ਸਮੇਂ ਕੀਤੀ ਸੀ। ਠੀਕ ਹੈ ਜੀ, ਮੱਕਾ ਮਦੀਨਾ ਦੀ ਚੌਥੀ ਉਦਾਸੀ ਉਹਨਾਂ ਨੇ ਮੁਲਤਾਨਪੁਰ, ਹਿੰਗਲਾਂਜ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਸੁਲਤਾਨਪੁਰ, ਪੇਸ਼ਾਵਰ ਅਤੇ ਸ਼ਿਆਦਪੁਰ ਦੀ ਯਾਤਰਾ ਕੀਤੀ ਸੀ। ਠੀਕ ਹੈ, ਚੌਥੀ ਉਦਾਸੀ 'ਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਰਵਾਬ ਕੀ ਹੈ? ਹਾਂਜੀ, ਰਵਾਬ ਕੀ ਆ? ਇੱਕ ਸੰਗੀਤ ਯੰਤਰ। ਰਵਾਬ ਇੱਕ ਕੀ ਆ? ਸੰਗੀਤ ਵਜਾਉਣ ਵਾਲਾ ਯੰਤਰ ਆ। ਅਗਲਾ ਪ੍ਰਸ਼ਨ, ਰਵਾਬ ਵਜਾਉਂਦੇ ਕੌਣ ਸੀ? ਭਾਈ ਮਰਦਾਨਾ ਜੀ। ਅਗਲਾ ਪ੍ਰਸ਼ਨ ਹੈ ਜੀ, ਅੰਜਨ ਮਾਹੇ ਨਿਰੰਜਨ ਰਹੀਏ, ਜੋਤ ਜੁਗਤ ਇਵ ਪਾਈਏ ਦਾ ਸਿਧਾਂਤ ਕਿਸ ਨੇ ਦਿੱਤਾ? ਤਾਂ ਇਹ ਸਿਧਾਂਤ ਦਿੱਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖਾਂ ਲੋਧੀ ਦੇ ਸੇਵਕ ਵਜੋਂ ਕਿੱਥੇ ਕੰਮ ਕਰਦੇ ਸਨ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖਾਂ ਲੋਧੀ ਦੇ ਸੇਵਕ ਵਜੋਂ ਸੁਲਤਾਨਪੁਰ ਦੇ ਵਿੱਚ ਲੋਧੀ ਖਾਨੇ ਦੇ ਵਿੱਚ ਕੰਮ ਕਰਦੇ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਨ, ਇਹ ਸ਼ਬਦ ਕਿਸ ਗੁਰੂ ਦੇ ਹਨ? ਤਾਂ ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਨ। ਠੀਕ ਹੈ, ਸੌਰੀ ਬਾਈ ਮਿਸਟੇਕ ਇੱਥੇ ਟਾਈਪ ਨਹੀਂ ਹੋਇਆ, ਸ਼੍ਰੀ ਗੁਰੂ ਨਾਨਕ ਦੇਵ ਜੀ। ਠੀਕ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਇਹ ਸ਼ਬਦ। ਠੀਕ ਹੈ, ਮੂਲ ਮੰਤਰ ਬੋਲ ਦਿੰਨੇ ਆ ਅਸੀਂ ਇਹ ਬਾਣੀ ਨੂੰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਆਧੁਨਿਕ ਨਾਮ ਕੀ ਆ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਆਧੁਨਿਕ ਨਾਮ ਕੀ ਆ? ਜਿਹੜੇ ਵੀ ਸਟੂਡੈਂਟਸ ਨੂੰ ਪਤਾ, ਉਮੀਦ ਕਰਦੀ ਹਾਂ ਕਿ ਇਸ ਦਾ ਆਨਸਰ ਤੁਹਾਨੂੰ ਸਭ ਨੂੰ ਪਤਾ ਹੋਣਾ, ਨਨਕਾਣਾ ਸਾਹਿਬ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਪੇਸ਼ਾ ਕੀ ਸੀ? ਕਿੱਤਾ। ਹਾਂਜੀ, ਕਿੱਤਾ ਕੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪਟਵਾਰੀ ਸੀ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਪਟਵਾਰੀ। ਅਗਲਾ ਪ੍ਰਸ਼ਨ, ਗੋਰਖਮੱਠ ਕਿੱਥੇ ਹੈ? ਹਾਂਜੀ, ਗੋਰਖਮੱਠ ਉੱਤਰਾਖੰਡ ਦੇ ਵਿੱਚ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਉੱਤਰਾਖੰਡ। ਅਗਲਾ ਪ੍ਰਸ਼ਨ, ਸੰਗਤ ਅਤੇ ਪੰਗਤ ਦੀ ਨੀਂਹ ਕਿੱਥੇ ਰੱਖੀ ਗਈ ਸੀ? ਹਾਂਜੀ, ਦੇਖੋ ਹੁਣ ਸੰਗਤ ਪੰਗਤ ਬਾਰੇ ਤਾਂ ਸਭ ਨੂੰ ਪਤਾ ਵੀ ਇਹ ਨੀਂਹ ਕਿਸ ਨੇ ਰੱਖੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਤੇ ਕਿੰਨਾ ਘੁਮਾ ਫਿਰਾ ਕੇ ਪਾਇਆ ਹੋਇਆ MCQ ਕਿ ਸੰਗਤ ਪੰਗਤ ਦੀ ਨੀਂਹ ਰੱਖੀ ਕਿੱਥੇ ਗਈ ਸੀ? ਤਾਂ ਰੱਖੀ ਗਈ ਸੀ ਜੀ ਕਰਤਾਰਪੁਰ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਦੇ ਸ਼ਾਸਕ ਸੀ ਬਹਿਲੋਲ ਲੋਧੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਬਹਿਲੋਲ ਲੋਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਿੱਲੀ ਦੇ ਸ਼ਾਸਕ ਸੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ? 2 ਦੇ ਵਿੱਚ। ਤੇ ਉਹ ਕਿਹੜੀਆਂ ਸੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ, ਕਿਉਂਕਿ ਇਹ ਸਾਨੂੰ ਅਕਸਰ ਹੀ 6ਵੀਂ ਤੋਂ ਲੈ ਕੇ 10ਵੀਂ ਤੱਕ ਅਸੀਂ ਪੜ੍ਹਿਆ ਹੋਣਾ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਮੁੱਖ ਧਰਮ ਕਿਹੜਾ ਸੀ?
ਤਾਂ ਇਸ ਦਾ ਆਨਸਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਕਾਸ਼ ਸਮੇਂ ਹਿੰਦੂ ਧਰਮ ਅਤੇ ਇਸਲਾਮ ਧਰਮ ਜ਼ਿਆਦਾ ਸੀ, ਜ਼ਿਆਦਾ ਕਹਿ ਸਕਦੇ ਆਪਾਂ ਫੇਮਸ ਸੀ। ਆਪਸ਼ਨ ਏ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਹਿੰਦੂ ਸਮਾਜ ਵਿੱਚ ਜਨੇਊ ਪਹਿਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ? ਹਾਂਜੀ, ਹਿੰਦੂ ਸਮਾਜ ਦੇ ਵਿੱਚ ਜਨੇਊ ਪਹਿਨਣ ਦੀ ਰਸਮ ਬਚਪਨ ਦੇ ਵਿੱਚ ਕੀਤੀ ਜਾਂਦੀ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਜਨੇਊ ਕੀ ਹੈ? ਹਾਂਜੀ, ਜਨੇਊ ਕੀ ਆ? ਜਨੇਊ? ਜਨੇਊ ਇੱਕ ਸੂਤੀ ਧਾਗਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਕਿਹੜੇ ਸਥਾਨ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਸੀ? ਹਾਂਜੀ, ਕਿਹੜੇ ਸਥਾਨ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਸੀ? ਹਸਨ ਅਬਦਲ ਦਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਹਸਨ ਅਬਦਲ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਪੰਜਾਬ ਦਾ ਨਾਮ ਕੀ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਨਾਮ ਸੀ ਟੱਕ ਪ੍ਰਦੇਸ਼ ਵੀ ਬੋਲ ਦਿੱਤਾ ਜਾਂਦਾ ਸੀ। ਯੂਨਾਨੀਆਂ ਨੇ ਪੈਂਟਾਪੋਟਾਮੀਆ ਦਾ ਨਾਮ ਦੇ ਦਿੱਤਾ ਸੀ। ਲਾਹੌਰ ਵੀ ਪੰਜਾਬ ਨੂੰ ਹੀ ਬੋਲਿਆ ਜਾਂਦਾ ਸੀ ਕਿਉਂਕਿ ਲਾਹੌਰ ਬਹੁਤ ਫੇਮਸ ਸੀ ਵਪਾਰ ਦੇ ਲਈ ਉਹਨਾਂ ਸਮਿਆਂ ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਹਨ? ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 974 ਬਾਣੀਆਂ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ? ਹਾਂਜੀ, ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਦੂਜੇ। ਠੀਕ ਹੈ, ਜਿਹੜੇ ਸਟੂਡੈਂਟਸ ਆਪ ਆਨਸਰ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਖੁਦ ਆਨਸਰ ਅਟੈਂਪਟ ਕਰਨ ਦੇ ਲਈ 3 ਸੈਕਿੰਡ ਦਵਾਂਗੀ। ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਕੀ ਸੀ? ਹਾਂਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਸੀ ਭਾਈ ਲਹਿਣਾ ਜੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਮੈਂ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸ ਦੇਣਾ ਚਾਹੁੰਦੀ ਹਾਂ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਮਤੇ ਦੀ ਸਰਾਏ ਜ਼ਿਲ੍ਹਾ ਮੁਕਤਸਰ ਵਿੱਚ ਹੋਇਆ। ਠੀਕ ਹੈ, ਜਿਹੜੇ ਸਟੂਡੈਂਟਸ ਬਾਅਦ 'ਚ ਆਪ ਆਨਸਰ ਦੇਣਗੇ ਉਹਨਾਂ ਨੂੰ ਇੱਕ ਵਾਰ ਡਿਟੇਲ ਪਤਾ ਹੋਣੀ ਚਾਹੀਦੀ ਹੈ ਤਾਂ ਜੋ ਤੁਸੀਂ ਆਸਾਨੀ ਦੇ ਨਾਲ ਐਜ਼ ਅ ਟੈਸਟ ਮੰਨਦੇ ਹੋਏ ਇਸ ਵੀਡੀਓ ਨੂੰ ਅਟੈਂਪਟ ਕਰ ਸਕੋ। ਇਹਨਾਂ ਦੇ ਮਾਤਾ ਦਾ ਨਾਮ ਸੀ ਮਾਤਾ ਦਇਆ ਕੌਰ, ਪਰ ਕਈ ਬੁੱਕਸ ਦੇ ਵਿੱਚ ਤੁਹਾਨੂੰ ਮਾਤਾ ਸਬਰਾਏ ਦੇਵੀ ਵੀ ਲਿਖਿਆ ਮਿਲੇਗਾ। ਠੀਕ ਹੈ, ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਫੇਰੂ ਜੀ ਤੇ ਇਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਖੀਵੀ। ਇਹਨਾਂ ਦੇ ਘਰ 2 ਸਪੁੱਤਰ ਅਤੇ 1 ਸਪੁੱਤਰੀ ਨੇ ਜਨਮ ਲਿਆ। 2 ਸਪੁੱਤਰਾਂ ਦੇ ਨਾਮ ਸੀ ਦਾਤੂ ਅਤੇ ਦਾਸੂ ਤੇ 1 ਸਪੁੱਤਰੀ ਦਾ ਨਾਮ ਸੀ ਬੀਬੀ ਅਮਰੋ। ਇਹਨਾਂ ਦੀ ਗੁਰਗੱਦੀ ਦਾ ਸਮਾਂ ਸੀ 1539 ਤੋਂ 1552। ਇਹਨਾਂ ਨੇ ਖੋਜ ਕੀਤੀ ਸੀ ਗੁਰਮੁਖੀ ਲਿਪੀ ਦੀ ਤੇ ਇਹਨਾਂ ਨੇ ਪਰੰਪਰਾ ਸ਼ੁਰੂ ਕੀਤੀ ਸੀ ਮੱਲ ਅਖਾੜੇ ਦੀ। ਇਹਨਾਂ ਨੇ ਰਚਨਾ ਕੀਤੀ ਸੀ ਭਾਈ ਵਾਲੇ ਵਾਲੀ ਜਨਮ ਸਾਖੀ ਦੀ ਤੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ। ਠੀਕ ਹੈ, ਤੇ ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਹਮਾਂਜੂ ਅਤੇ ਸ਼ੇਰਸ਼ਾਹ ਸੂਰੀ। ਇਹਨਾਂ ਨੇ ਸ਼ਹਿਰ ਦੀ ਸਥਾਪਨਾ ਕੀਤੀ ਸੀ ਖੰਡੂਰ ਸਾਹਿਬ ਦੀ। ਠੀਕ ਹੈ, ਖੰਡੂਰ ਸਾਹਿਬ ਦੀ, ਜਿਹੜਾ ਕਿ ਅੱਜ ਕੱਲ੍ਹ ਤਰਨ ਤਾਰਨ ਦੇ ਵਿੱਚ ਆ। ਤੇ ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਅਮਰਦਾਸ ਜੀ। ਇਹ ਜੋਤੀ ਜੋਤ ਕਦੋਂ ਸਮਾਏ ਸੀ? 1552 ਈਸਵੀ ਦੇ ਵਿੱਚ। ਤੇ ਇਹਨਾਂ ਨੇ ਆਖਰੀ ਸਮਾਂ ਆਪਣਾ ਕਿੱਥੇ ਬਤੀਤ ਕੀਤਾ? ਖੰਡੂਰ ਸਾਹਿਬ। ਠੀਕ ਹੈ, ਅੱਗੇ ਅਸੀਂ ਕਰਦੇ ਹਾਂ ਨੈਕਸਟ MCQ। ਜਿਨ੍ਹਾਂ ਨੇ ਇਹ ਇਨਫੋਰਮੇਸ਼ਨ ਧਿਆਨ ਨਾਲ ਸੁਣੀ ਹੋਵੇਗੀ ਤਾਂ ਉਹ ਖੁਦ ਹੁਣ ਆਪਣਾ ਐਜ਼ ਅ ਟੈਸਟ ਮੰਨਦੇ ਹੋਏ ਇਸ ਵੀਡੀਓ ਨੂੰ ਅਟੈਂਪਟ ਕਰਨਗੇ। ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਏ ਹੋਇਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਇਹ ਜ਼ਿਲ੍ਹਾ ਮੁਕਤਸਰ ਦੇ ਵਿੱਚ ਪੈਂਦਾ। ਠੀਕ ਹੈ, ਅਗਲਾ ਪ੍ਰਸ਼ਨ ਆ, ਗੁਰੂ ਅੰਗਦ ਦੇਵ ਜੀ ਨੇ ਕਦੋਂ ਮੁਕਤੀ ਪ੍ਰਾਪਤ ਕੀਤੀ? ਇੱਥੇ ਮੁਕਤੀ ਪ੍ਰਾਪਤ ਕਰਨ ਦਾ ਮਤਲਬ ਆ ਉਹ ਕਦੋਂ ਜੋਤੀ ਜੋਤ ਸਮਾਏ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮੁਕਤੀ ਪ੍ਰਾਪਤ ਕੀਤੀ ਸੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਗੁਰਗੱਦੀ ਸਮਾਂ ਸੀ 1539 ਤੋਂ 1552। ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। ਹਾਂਜੀ, ਅਗਲਾ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਦੇ ਪਿਤਾ ਕੌਣ ਸਨ? ਗੁਰੂ ਅੰਗਦ ਦੇਵ ਜੀ ਦੇ ਪਿਤਾ, ਗੁਰੂ ਅੰਗਦ ਦੇਵ ਜੀ ਦੀ ਮਾਤਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਮਾਤਾ ਦਇਆ ਕੌਰ। ਕਈ ਬੁੱਕਸ ਦੇ ਵਿੱਚ ਤੁਹਾਨੂੰ ਮਾਤਾ ਸਬਰਾਏ ਦੇਵੀ ਲਿਖਿਆ ਮਿਲੇਗਾ ਤੇ ਇਹਨਾਂ ਦੇ ਪਿਤਾ ਦਾ ਨਾਮ ਭਾਈ ਫੇਰੂ ਜੀ ਸੀ। ਇਹ ਪਿਤਾ ਜ਼ਿਆਦਾ ਇੰਪੋਰਟੈਂਟ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ, ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਫੇਰੂ ਜੀ। ਅਗਲਾ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਦੇ ਮਾਤਾ ਕੌਣ ਸਨ? ਹਾਂਜੀ, ਮੈਂ ਆਲਰੇਡੀ ਦੱਸ ਚੁੱਕੀ ਹਾਂ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਸੀ ਮਾਤਾ ਸਬਰਾਏ ਦੇਵੀ ਜਾਂ ਮਾਤਾ ਦਇਆ ਕੌਰ।
अगला प्रश्न है जी, गुरु अंगद देव जी किस समय सिख गुरु रहे? हाँ जी, श्री गुरु अंगद देव जी किस समय सिख गुरु रहे सी? 1539 तो लैके, जेकर तुहानूं याद होऊगा ना, श्री गुरु नानक देव जी ज्योति जोत कदों समाए सी? 1539 तो, ते 1539 दे विच सिखां दे दूजे गुरु बने सी श्री गुरु अंगद देव जी। तो राइट आंसर होवेगा ऑप्शन सी। ठीक है, श्री गुरु अंगद देव जी का जिहड़ा समा वा गुरगद्दी समा जां किस समय सिख गुरु रहे, वो 1539 तो लैके 1552 तक रहे सी। अगला प्रश्न, जेकर तुसीं लिंक करके याद रखोगे ना तो तुहानूं ज़्यादा समझ लगेगा। जिवें हुण तुहानूं श्री गुरु अंगद देव जी की ज्योति जोत समय बारे पता वा, तो श्री गुरु नानक देव जी के ज्योति जोत समय बारे पता, तो तुहानूं सोचण की लोड़ ही नहीं पैनी सी। ठीक है, लिंक करके याद रखिया करो। अगला प्रश्न, गुरु अंगद देव जी के पुत्रां दा नाम की सी? हाँ जी, जिवें कि मैं तुहानूं दस्सिया सी, गुरु अंगद देव जी के घर 2 पुत्रां ने जन्म लिया सी। एक दा नाम आ दातू अते दूजे दा नाम आ दासू। ठीक है, तो इत्थे हुण तुहानूं पुछिआ पुत्रां दा नाम। ठीक है, हुण तुसीं इह ना देखियो कि बीबी अमरो भी लिखिआ, इन्हां दी बेटी का नाम सी बीबी अमरो, तो तुसीं बी ते सी ऑप्शन लगा दवो। कदे भी नहीं ये गलती करनी, इत्थे पुत्तर लिखिआ तो पुत्रां बारे ही दसोगे। ऑप्शन बी इज द राइट आंसर है, दातू अते दासू। अगला प्रश्न, भाई लहणा गुरु नानक देव जी नूं कित्थे मिले? हाँ जी, श्री गुरु अंगद देव जी श्री गुरु नानक देव जी नूं कित्थे मिले? तां ये मिले सी करतारपुर। ऑप्शन नंबर ए इज द राइट आंसर, करतारपुर दे विच मिले सी। ठीक है, श्री गुरु नानक देव जी नूं श्री गुरु अंगद देव जी। भाई लहणा इन्हां दे बचपन का नाम आ। अगला प्रश्न, गुरुमुखी लिपि के विकास विच किहड़े सिख गुरु का सब तो वध योगदान है? हाँ जी, गुरमुखी लिपि के विकास दे विच असीं शुरू तो ही पढ़िया, जदों भी असीं गुरमुखी लिपि बारे पढ़ते हैं कि श्री गुरु अंगद देव जी का सब तो ज़्यादा योगदान आ गुरमुखी लिपि के विकास दे विच। तो राइट आंसर है ऑप्शन नंबर ए। ठीक है, अगला प्रश्न करते हैं जी असीं, दूसरे गुरु कौन सन? हाँ जी, सिखां दे दूसरे गुरु कौन सन? जिहड़े भी स्टूडेंट्स नूं पता जल्दी नाल कमेंट बॉक्स दे विच जरूर लिखण। ऑप्शन नंबर बी इज द राइट आंसर, श्री गुरु अंगद देव जी। अगला प्रश्न, गुरु अंगद देव जी का समकाली मुगल शासक कौन सी? हाँ जी, मैं तुहानूं ऑलरेडी दस दिता है कि श्री गुरु अंगद देव जी के समय मुगल शासक कौन सी? हमांजू अते शेरशाह सूरी। ठीक है, हुण तुसीं देखो इन्हां दे विच किहड़ी ऑप्शन सही बन रही है, किहड़ी ऑप्शन दे विच किसी भी एक मुगल का नाम लिखिया वा, जिहड़े मैं तुहानूं दस्से आ, तो वही राइट आंसर होवेगा। ठीक है, तो राइट आंसर बन रहा। पहला तुसीं ये चैक करना कि किते दोनों के नाम लिख के ऑप्शन ए बी दोवें इदां दा कुछ तो नहीं दिता होया, तो फिर तुसीं उस हिसाब नाल ऑप्शन लगाओगे। हुण इत्थे राइट आंसर बन रहा ऑप्शन बी हमांजू। अगला प्रश्न, किहड़ा मुगल शासक गुरु अंगद देव जी नूं मिलण आया सी? हाँ जी, गुरु अंगद देव जी नूं कौन मिलण आए सी? तो इसका राइट आंसर है जी ऑप्शन नंबर बी हमांजू। हमांजू है जो ओह श्री गुरु अंगद देव जी नूं मिलण आए सी, एक मुगल सी। ऑप्शन बी इज द राइट आंसर। अगला प्रश्न, हमांजू अते गुरु अंगद देव जी कित्थे मिले सन? हाँ जी, हमांजू अते श्री गुरु अंगद देव जी खंडूर साहिब मिले सी। ऑप्शन सी इज द राइट आंसर। ठीक है जी, तो श्री गुरु नानक देव जी नूं श्री गुरु अंगद देव जी करतारपुर विच मिले सी, इस गल का ध्यान रखना। अगला प्रश्न है, आदि ग्रंथ विच गुरु अंगद देव जी दियां किन्नियां बाणियां हन? हाँ जी, आदि ग्रंथ दे विच सब तो घट बाणी दर्ज आ श्री गुरु अंगद देव जी दी। ठीक है, ये तुसीं याद रखना, पूछ सकते हैं, सब तो घट आ श्री गुरु अंगद देव जी दी। तां इन्हां दियां किन्नियां बाणियां आदि ग्रंथ विच दर्ज आ? 62। ऑप्शन डी इज द राइट आंसर। अगला प्रश्न है जी, श्री गुरु अंगद देव जी द्वारा किहड़े शहर की स्थापना की गई सी? हाँ जी, मैं तुहानूं ऑलरेडी दस चुकी हाँ कि श्री गुरु अंगद देव जी ने खंडूर साहिब की स्थापना की सी। ऑप्शन नंबर सी इज द राइट आंसर। अगला प्रश्न, किहड़ी औरत ने गुरु अंगद देव जी के समय पंगत प्रथा विच अपना वड्डा योगदान पाया? हाँ जी, किहड़ी औरत आ जिन्हां ने गुरु अंगद देव जी समय पंगत प्रथा दे विच वड्डा योगदान पाया? तो ये सी जी बीबी खीवी, गुरु अंगद देव जी की पत्नी। ठीक है, अगला प्रश्न, गुरु अंगद देव जी के समय सिखां का मुख केंद्र किहड़ा सी? वेरी इंपॉर्टेंट, इस तरह के MCQ अक्सर एग्जाम दे विच पूछे जाते हैं। तो गुरु अंगद देव जी के समय सिखां का मुख केंद्र सी करतारपुर। ऑप्शन नंबर सी इज द राइट आंसर।
अगला प्रश्न है जी, पहली बार सिख धर्म विच उदासियां दा विरोध किसने कीता सी? हाँ जी, पहली बार सिख धर्म दे विच उदासियां दा विरोध कीता सी बाबा श्री चंद ने। बाबा श्री चंद श्री गुरु नानक देव जी दे वड्डे सपुत्र सी। इन्हां दे मन दे विच इह सी कि मैं उत्तराधिकारी क्यों नहीं बनया गुरगद्दी दा सिख धर्म दे विच, ठीक है। तां इस दे करके थोड़ी ईर्खा करदे सी। तो ऑप्शन बी इज द राइट आंसर है। ये हमेशा ही वाचो विरोध रहिंदे सी, ठीक है। किन्हां दे विरोध? गुरु अंगद देव जी दा भी विरोध करदे सी ये। ते पहली बार सिख धर्म दे विच उदासियां दा विरोध भी इन्हां ने कीता सी बाबा श्री चंद ने। ते अगे गुरु अंगद देव जी ने अपना उत्तराधिकारी किस नूं नियुक्त किया? हाँ जी, श्री गुरु अंगद देव जी ने अपने उत्तराधिकारी नियुक्त किए सी श्री गुरु अमरदास जी, जिहड़े कि सिखां दे तीजे गुरु बने सी। ऑप्शन नंबर बी इज द राइट आंसर। अगला प्रश्न, सिख पंथ विच मल अखाड़ा का संबंध किसने किया? हाँ जी, जिवें कि तुहानूं पता है मल अखाड़ा की परंपरा शुरू की सी श्री गुरु अंगद देव जी ने। तो सिख पंथ दे विच मल अखाड़ा का प्रबंध किन्ना ने किया? श्री गुरु अंगद देव जी ने। ऑप्शन नंबर बी इज द राइट आंसर। अगला प्रश्न, सिख धर्म विच सरीरक अनुशासन की परंपरा किसने शुरू की? हाँ जी, सिख धर्म दे विच सरीरक अनुशासन की परंपरा शुरू की सी किन्ना ने की सी? श्री गुरु अंगद देव जी ने। ऑप्शन नंबर बी इज द राइट आंसर। अगला प्रश्न, गुरु अंगद देव जी द्वारा हेठ लिखियां विचों किहड़ी रचनावां रचियां गईयां सन? हाँ जी, गुरु अंगद देव जी द्वारा इन्हां दे विचों किहड़ियां रचनावां रचियां गईयां सी? तो राइट आंसर है जी ऑप्शन नंबर सी। जिवें कि मैं तुहानूं दस्सिया इन्हां ने जन्म साखी रची सी, भाई वाले वाली जन्म साखी। ऑप्शन नंबर सी इज द राइट आंसर। अगला प्रश्न है जी, जन्म साखी लिखण लई गुरु अंगद देव जी का मुख स्रोत की सी? हाँ जी, जन्म साखी लिखण लई गुरु अंगद देव जी का मुख स्रोत सी भाई वाला। ऑप्शन नंबर सी इज द राइट आंसर। अगला प्रश्न, रागी बलवंत अते सता किहड़े गुरु दे जमाने दे सन? हाँ जी, रागी बलवंत अते सत्ता ये किहड़े गुरु दे जमाने दे सन? तो राइट आंसर होवेगा ऑप्शन नंबर बी, श्री गुरु अंगद देव जी दे जमाने दे सन, ठीक है। ऑप्शन बी इज द राइट आंसर है। अगला प्रश्न, सिख पंथ दे विकास विच गुरु अंगद देव जी का की योगदान सी? हाँ जी, सिख पंथ दे विकास विच श्री गुरु अंगद देव जी का वड्डा योगदान की रहा? तो ये तुसीं दसना है। इन्हां ने एक तो जन्म साखी का संग्रह किया, फिर उस तो बाद जेकर असीं गल करिए इन्हां ने सिख गुरु की तर्ज बनाई रखी, ठीक है। तो उस तो बाद गुरमुखी लिपि नूं भी इन्हां ने ही प्रसिद्ध बनाया सी। तो राइट आंसर है इसका ऑप्शन नंबर डी, उपरोक्त सारे, ठीक है। इन्हां दा सिख धर्म दे विच वड्डा देन आ जन्म साखी का, तो इन्हां ने गुरुआं की तर्ज बनाई रखी, तो गुरमुखी लिपि फेमस आ जां कह सकते हैं, सब तो वड्डी देन इन्हां दी गुरमुखी लिपि आ। अगला प्रश्न, गुरमुखी लिपि विच प्रचार करने वाले पहले गुरु कौन सन? हाँ जी, गुरमुखी लिपि दे विच प्रचार करने वाले पहले गुरु सन श्री गुरु अंगद देव जी। ऑप्शन नंबर बी इज द राइट आंसर, श्री गुरु अंगद देव जी। अगला प्रश्न, गुरमुखी लिपि दे आधुनिक संस्करण नूं किसने पेश किया? हाँ जी, गुरमुखी लिपि दे आधुनिक संस्करण नूं पेश किया सी श्री गुरु अंगद देव जी ने। ऑप्शन नंबर बी इज द राइट आंसर, ठीक है। ऑप्शन बी इज द राइट आंसर। श्री गुरु अमरदास जी, हाँ जी, सिख धर्म दे तीजे गुरु कौन सन? ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਅੱਗੇ ਵੀ ਦੱਸਿਆ ਕਿ ਤੁਸੀਂ ਆਪਣੇ ਲਈ ਇੱਕ ਨੋਟਬੁੱਕ ਲਗਾ ਲਓ, ਉਹਦੇ ਉੱਪਰ ਇਕੱਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਿਡ ਪਹਿਲਾਂ ਉਹਨਾਂ ਦਾ ਨਾਮ ਲਿਖੋ, ਉੱਪਰ ਹੈਡਿੰਗ ਦਿਓ, ਜਿਵੇਂ ਸ਼੍ਰੀ ਗੁਰੂ ਅਮਰਦਾਸ ਜੀ ਬਾਰੇ ਅੱਜ ਅਸੀਂ ਕਰਨਾ। ਫਿਰ ਹੈਡਿੰਗ ਦਿਓ ਜਨਮ ਦੀ, ਫਿਰ ਜਨਮ ਸਥਾਨ ਦੀ, ਫਿਰ ਉਹਨਾਂ ਦੇ ਮਾਤਾ ਪਿਤਾ ਦੇ ਨਾਮ ਦੀ, ਠੀਕ ਹੈ। ਫਿਰ ਪਤਨੀ, ਉਸ ਤੋਂ ਬਾਅਦ ਸਪੁੱਤਰ ਅਤੇ ਸਪੁੱਤਰੀਆਂ, ਫਿਰ ਗੁਰਗੱਦੀ, ਉਸ ਤੋਂ ਬਾਅਦ ਉਹਨਾਂ ਨੇ ਕੀ ਸ਼ੁਰੂ ਕੀਤਾ, ਠੀਕ ਹੈ, ਜਾਂ ਗੁਰਗੱਦੀ ਸਮਾਂ ਕੀ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ, ਉਹਨਾਂ ਨੇ ਕਿਹੜੀਆਂ ਰਚਨਾਵਾਂ ਕੀਤੀਆਂ, ਉਹਨਾਂ ਨੇ ਕਿਹੜਾ ਸ਼ਹਿਰ ਵਸਾਇਆ, ਕਿਸ ਚੀਜ਼ ਦਾ ਨਿਰਮਾਣ ਕੀਤਾ, ਕਿਹੜੇ ਚੀਜ਼ ਦਾ ਪ੍ਰਚਾਰ ਕੀਤਾ, ਠੀਕ ਹੈ। ਉਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਕੌਣ ਸੀ,
ਤੇ ਉਹਨਾਂ ਦੇ ਉੱਤਰਾਧਿਕਾਰੀ ਕੌਣ ਬਣੇ, ਉਹ ਕਦੋਂ ਜੋਤੀ ਜੋਤ ਸਮਾਏ। ਇਹ ਕੁਝ 10 ਪੁਆਇੰਟ ਆ ਜਿਹੜੇ ਤੁਸੀਂ ਹੈਡਿੰਗ ਦੇ ਕੇ ਨਾਲ ਦੀ ਨਾਲ ਨੋਟ ਕਰ ਲੈਣੇ ਆ। ਉਸ ਤੋਂ ਬਾਅਦ ਜਦੋਂ ਅਸੀਂ ਸਾਰੇ ਹੀ ਗੁਰੂ ਸਾਹਿਬਾਨ ਕਰਾਂਗੇ, ਠੀਕ ਹੈ, ਕਵਰ MCQ ਕਵਰ ਕਰਾਂਗੇ, ਤਾਂ ਤੁਸੀਂ ਕੀ ਕਰਨਾ ਵਾ ਕਿ ਨਾਲ ਦੀ ਨਾਲ ਉਸ ਤੋਂ ਬਾਅਦ ਪੇਪਰ ਤੋਂ ਥੋੜੀ ਦੇਰ ਪਹਿਲਾਂ ਉਹਨਾਂ ਨੂੰ ਰਿਵਾਈਜ਼ ਕਰ ਲੈਣਾ। ਜਿੰਨਾ ਹੋ ਸਕੇ ਬਾਰ-ਬਾਰ ਰਿਵਾਈਜ਼ ਕਰਦੇ ਰਿਹਾ ਕਰੋ, ਠੀਕ ਹੈ। ਤਾਂ ਅੱਜ ਸਭ ਤੋਂ ਪਹਿਲਾਂ ਅਸੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ, ਤਾਂ ਜੋ ਤੁਸੀਂ ਗੁਰੂ ਅਮਰਦਾਸ ਜੀ ਨਾਲ ਰਿਲੇਟਡ ਕੁਝ ਐਕਸਟਰਾ ਫੈਕਟ ਦੱਸ ਦੇਣਾ ਚਾਹੁੰਦੀ ਹਾਂ, ਤਾਂ ਜੋ ਤੁਸੀਂ ਵੀਡੀਓ ਨੂੰ ਐਜ਼ ਅ ਟੈਸਟ ਮੰਨਦੇ ਹੋਏ ਅਟੈਂਪਟ ਕਰ ਸਕੋ। ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ, ਠੀਕ ਹੈ। ਇਹਨਾਂ ਦਾ ਜਨਮ 15 ਮਈ 1479 ਨੂੰ ਬਾਸ ਰਕੇ ਹੋਇਆ, ਠੀਕ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆ ਬਾਸ ਰਕੇ, ਉੱਥੇ ਇਹਨਾਂ ਦਾ ਜਨਮ ਹੋਇਆ। ਕਦੋਂ ਹੋਇਆ? 5 ਮਈ, ਸੌਰੀ ਮੈਨੂੰ ਲੱਗਦਾ ਮੈਂ ਪਹਿਲਾਂ 15 ਬੋਲਤਾ, 5 ਮਈ 1479 ਨੂੰ ਹੋਇਆ ਸੀ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ। ਇਹਨਾਂ ਦੇ ਮਾਤਾ ਦਾ ਨਾਮ ਆ ਮਾਤਾ ਬਖਤ ਕੌਰ ਤੇ ਇਹਨਾਂ ਦੇ ਪਿਤਾ ਦਾ ਨਾਮ ਆ ਤੇਜ਼ਭਾਨ ਜੀ, ਠੀਕ ਹੈ। ਇਹਨਾਂ ਦਾ ਵਿਆਹ ਹੋਇਆ ਸੀ ਮਾਨਸਾ ਦੇਵੀ ਨਾਲ ਤੇ ਇਹਨਾਂ ਦੇ ਘਰ 2 ਸਪੁੱਤਰਾਂ ਨੇ ਜਨਮ ਲਿਆ ਸੀ। ਸਪੁੱਤਰਾਂ ਦੇ ਨਾਮ ਆ ਮੋਹਰੀ ਅਤੇ ਮੋਹਨ ਤੇ ਸਪੁੱਤਰੀਆਂ ਦੇ ਨਾਮ ਆ ਦਾਨੀ ਅਤੇ ਬੀਬੀ ਭਾਨੀ। ਇਹਨਾਂ ਦਾ ਗੁਰਗੱਦੀ ਸਮਾਂ ਸੀ 1552 ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ ਸੀ ਤੇ 1552 ਤੋਂ 1574 ਇਹਨਾਂ ਦਾ ਗੁਰਗੱਦੀ ਸਮਾਂ ਵਾ। ਇਹਨਾਂ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ, ਠੀਕ ਹੈ। ਇਹਨਾਂ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ ਸੀ। ਇਹਨਾਂ ਨੇ ਗੋਇੰਦਵਾਲ ਸ਼ਹਿਰ ਵਸਾਇਆ ਸੀ ਜਿਹੜਾ ਕਿ ਹੁਣ ਤਰਨਤਾਰਨ ਦੇ ਵਿੱਚ ਆ, ਤੇ ਉੱਥੇ ਇਹਨਾਂ ਨੇ ਬੌਲੀ ਦਾ ਨਿਰਮਾਣ ਵੀ ਕਰਵਾਇਆ ਸੀ। ਤੇ ਇਹਨਾਂ ਨੇ ਸੰਗਤ ਤੋਂ ਪਹਿਲਾਂ ਪੰਗਤ ਪ੍ਰਚਾਰ ਕੀਤਾ ਸੀ, ਠੀਕ ਹੈ। ਤੇ ਇਹਨਾਂ ਨੇ ਸਮੇਂ ਦੇ ਮੁਗਲ ਬਾਦਸ਼ਾਹ ਕੌਣ ਸੀ? ਅਕਬਰ। ਇਹਨਾਂ ਨੇ ਉੱਤਰਾਧਿਕਾਰੀ ਆਪਣਾ ਭਾਈ ਜੇਠਾ ਜੀ ਨੂੰ ਸੌਂਪਿਆ ਸੀ, ਠੀਕ ਹੈ। ਤੇ ਇਹਨਾਂ ਨੇ ਜੋਤੀ ਜੋਤ ਕਦੋਂ ਸਮਾਏ ਸੀ? ਇਹ ਗੋਇੰਦਵਾਲ ਦੇ ਵਿੱਚ ਜੋਤੀ ਜੋਤ 1574 ਈਸਵੀ ਦੇ ਵਿੱਚ ਸਮਾਏ ਸੀ, ਠੀਕ ਹੈ। ਹੁਣ ਜਿਹੜੇ ਸਟੂਡੈਂਟਸ ਨੇ ਮੇਰੇ ਨਾਲ ਨੋਟ ਕਰ ਲਏ ਹੋਣਗੇ ਐਕਸਟਰਾ ਫੈਕਟ ਗੁਰੂ ਅਮਰਦਾਸ ਜੀ ਨਾਲ ਰਿਲੇਟਡ, ਉਹ ਹੁਣ ਐਜ਼ ਅ ਟੈਸਟ ਮੰਨਦੇ ਹੋਏ ਇਸ ਵੀਡੀਓ ਨੂੰ ਅਟੈਂਪਟ ਕਰਨਗੇ ਤੇ ਯਕੀਨ ਮੰਨਿਓ ਤੁਸੀਂ ਆਪ ਇਸ ਵੀਡੀਓ ਦੇ ਆਨਸਰ ਦਿਓਗੇ, ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਸਿੱਖ ਧਰਮ ਦੇ ਤੀਜੇ ਗੁਰੂ ਕੌਣ ਸਨ? ਤੁਹਾਨੂੰ ਵੀ ਤੁਹਾਡਾ ਆਨਸਰ ਸੋਚਣ ਦੇ ਲਈ ਮੈਂ 3 ਸੈਕਿੰਡ ਦਾ ਸਮਾਂ ਦਵਾਂਗੀ। ਹਾਂਜੀ, ਸਿੱਖ ਧਰਮ ਦੇ ਤੀਜੇ ਗੁਰੂ ਕੌਣ ਸਨ? ਸਭ ਨੂੰ ਹੀ ਪਤਾ ਹੋਵੇਗਾ। ਤੇ ਸਿੱਖ ਧਰਮ ਦੇ ਤੀਜੇ ਗੁਰੂ ਆ ਸ਼੍ਰੀ ਗੁਰੂ ਅਮਰਦਾਸ ਜੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਗੁਰੂ ਅਮਰਦਾਸ ਜੀ ਦੇ ਪਿਤਾ ਕੌਣ ਸਨ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਗੁਰੂ ਅਮਰਦਾਸ ਜੀ ਦੇ ਪਿਤਾ ਸੀ ਤੇਜ਼ਭਾਨ ਜੀ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਗੁਰੂ ਅਮਰਦਾਸ ਜੀ ਦੀ ਮਾਤਾ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਅਮਰਦਾਸ ਜੀ ਦੀ ਮਾਤਾ, ਦੇਖੋ ਆਪਾਂ ਗੱਲ ਕਰੀਏ ਐਗਜ਼ੈਕਟ ਡੇਟ ਦੀ, ਇਹਨਾਂ ਦੀ ਜਨਮ ਡੇਟ ਜਿਵੇਂ ਆਪਾਂ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਜਨਮ ਡੇਟ ਦੀ ਗੱਲ ਕਰਦੇ, ਦੇਖੋ ਸਨ ਤਾਂ ਸਭ ਨੂੰ ਕਲੀਅਰ ਆ, ਠੀਕ ਹੈ। ਪਰ ਜਿਹੜੀ ਡੇਟ ਆ ਉਹ ਕਿਸੇ ਬੁੱਕਸ ਦੇ ਵਿੱਚ ਤੁਹਾਨੂੰ ਕੀ ਮਿਲੇਗੀ, ਕਿਸੇ ਬੁੱਕਸ ਦੇ ਵਿੱਚ ਕੁਝ ਹੋਰ ਮਿਲੇਗੀ। ਇਹਦੇ ਬਾਰੇ ਵਿਦਵਾਨਾਂ ਦੇ ਅਲੱਗ-ਅਲੱਗ ਵਿਦਵਾਨ ਆ ਜਿਹੜੇ, ਉਹਨਾਂ ਦੇ ਅਲੱਗ-ਅਲੱਗ ਭੇਦ ਰਹੇ ਆ, ਠੀਕ ਹੈ। ਕਿਸੇ ਨੇ ਜਿਵੇਂ 5 ਮਈ ਕਹਿਤਾ, ਕਿਸੇ ਨੇ 15 ਮਈ ਕਹਿਤਾ, ਕਿਸੇ ਨੇ 5 ਜੂਨ ਕਹਿਤਾ। ਇਸ ਤਰ੍ਹਾਂ ਦੇ ਹਰੇਕ ਬੁੱਕਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਫੈਕਟ ਮਿਲਣਗੇ, ਠੀਕ ਹੈ। ਸੇਮ ਇਸੇ ਤਰ੍ਹਾਂ ਹਰੇਕ ਗੁਰੂ ਸਾਹਿਬਾਨ ਦੇ ਮਾਤਾ ਜੀ ਨਾਲ ਰਿਲੇਟਡ ਵੀ ਤੁਹਾਨੂੰ ਮਿਲਣਗੇ। ਕਿਸੇ ਬੁੱਕਸ ਦੇ ਵਿੱਚ ਤਾਂ 3-3 ਨਾਮ ਦਿੱਤੇ ਹੋਣਗੇ, ਕਿਸੇ ਬੁੱਕਸ ਦੇ ਵਿੱਚ ਉਹਨਾਂ ਨੇ ਕੁਛ ਕਿਹਾ ਹੋਵੇਗਾ, ਕਿਸੇ 'ਚ ਕੁਛ ਕਿ ਮਤਲਬ ਕਿਸੇ ਬੁੱਕਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਮਤਲਬ ਕਿ ਗੁਰੂ ਸਾਹਿਬਾਨਾਂ ਦੇ ਬਾਰੇ ਸਾਨੂੰ ਵੈਸੇ ਨਹੀਂ ਕਹਿਣਾ ਚਾਹੀਦਾ, ਕਿਉਂਕਿ ਜਦ ਸਾਨੂੰ ਕੁਝ ਪਤਾ ਹੀ ਨਹੀਂ ਅਸੀਂ ਨਹੀਂ ਬੋਲ ਸਕਦੇ। ਕਿ ਜਿਵੇਂ ਕਿਸੇ ਬੁੱਕਸ ਦੇ ਵਿੱਚ 3 ਨਾਮ ਦਿੱਤੇ ਆ, ਜਾਂ ਤਾਂ ਇਹ ਕਹਿ ਜਾਣਗੇ ਕਿ ਉਹ ਇੱਕ ਹੀ ਇਨਸਾਨ ਦੇ ਨਾਮ ਆ, ਠੀਕ ਹੈ, ਜਾਂ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਇਹਨਾਂ ਦੇ 3 ਵਿਆਹ ਹੋਏ ਸੀ, ਇਹਨਾਂ ਦੇ ਪਿਤਾ ਦੇ 3 ਵਿਆਹ ਹੋਏ ਸੀ, ਠੀਕ ਹੈ। ਇਹ ਅਲੱਗ-ਅਲੱਗ ਨਾਮ ਆ ਜਿਹੜੇ ਇਹਨਾਂ ਦੇ ਬਾਰੇ ਮਤਭੇਦ ਚੱਲਦੇ ਰਹਿੰਦੇ ਆ ਵਿਗਿਆਨੀਆਂ ਦੇ ਵਿੱਚ, ਵਿਦਵਾਨਾਂ ਦੇ ਵਿੱਚ, ਠੀਕ ਹੈ। ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਇੱਕ ਸਨ ਜੋ ਜਨਮ ਸਥਾਨ ਦੀ ਗੱਲ ਕਰਦੇ ਹਾਂ ਅਸੀਂ, ਜਨਮ ਦਾ ਜੋ ਸਨ ਆ ਉਹ ਯਾਦ ਰੱਖਣਾ, ਠੀਕ ਹੈ। ਤੇ ਡੇਟ ਬਾਰੇ ਆਪਾਂ ਨੂੰ ਕੁਝ ਐਗਜ਼ੈਕਟਲੀ ਨਹੀਂ ਹਜੇ ਕਲੀਅਰ ਹੋਇਆ, ਕਿਸੇ ਨੂੰ ਵੀ ਨਹੀਂ ਹੋਇਆ ਤੇ ਪੁੱਛੀ ਵੀ ਨਹੀਂ ਜਾਂਦੀ ਅਕਸਰ ਐਗਜ਼ਾਮ ਦੇ ਵਿੱਚ। ਜਿਵੇਂ ਮੈਂ ਤੁਹਾਨੂੰ 5 ਮਈ 1479 ਕਿਹਾ, ਇਹਦੇ ਬਾਰੇ ਹਮੇਸ਼ਾ ਹੀ ਮਤਭੇਦ ਚੱਲਦੇ ਰਹਿੰਦੇ ਆ ਕਿ 5 ਮਈ ਸੀ ਜਾਂ ਕਿੰਨੀ ਮਈ ਸੀ, ਠੀਕ ਹੈ। ਪਰ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਸਨ ਕਿਹੜਾ ਸੀ, 1479 ਸੀ, ਠੀਕ ਹੈ। ਸੇਮ ਇਸੇ ਤਰ੍ਹਾਂ ਇਹਨਾਂ ਦੇ ਮਾਤਾ ਜੀ ਨਾਲ ਰਿਲੇਟਡ ਵੀ ਸੇਮ ਇਸੇ ਤਰ੍ਹਾਂ ਹੀ ਆ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਦਾ ਨਾਮ ਕਿਸੇ ਬੁੱਕ 'ਚ ਤੁਹਾਨੂੰ ਬਖਤ ਕੌਰ ਲਿਖਿਆ ਮਿਲੇਗਾ
ਤੇ ਕਿਸੇ ਬੁੱਕ ਦੇ ਵਿੱਚ ਤੁਹਾਨੂੰ ਸੁਲੱਖਣੀ ਦੇਵੀ ਜਾਂ ਲక్ష్ਮੀ ਦੇਵੀ ਲਿਖਿਆ ਮਿਲੇਗਾ। ठीक है, ऑप्शन बी इज द राइट आंसर है, बीबी सुलखनी देवी। अगला प्रश्न, गुरु अमरदास जी के गुरगद्दी का समा की सी? हाँ जी, गुरु अमरदास जी की गुरगद्दी का समा सी की समा सी? तुहानूं 3 सैकेंड देवांगी मैं हर एक MCQ नूं अटैम्प्ट करन दे लई। गुरु अमरदास जी की गुरगद्दी का समा सी 1552 तो 1574। ऑप्शन नंबर ए इज द राइट आंसर। अगला प्रश्न, गुरु अमरदास जी के पुत्रां दा नाम की सी? हाँ जी, गुरु अमरदास जी के पुत्रां दा नाम की सी? हुण इत्थे पुत्रां दी गल होई आ, ज़्यादातर स्टूडेंट्स इत्थे पुत्रां दे नाम देख लैणगे ते सपुत्रियां दा नाम देख के ऑप्शन डी लगाउण दी कोशिश करनगे, पर तुसीं याद रखिओ पुत्रां दी गल होई आ तां इन्हां दे पुत्रां दा नाम की सी? मोहरी अते मोहन। ऑप्शन ए इज द राइट आंसर। ठीक है जी। अगला प्रश्न, गोयंदवाल विच बाउली का निर्माण किसने किया? हाँ जी, गोयंदवाल दे विच बाउली का निर्माण किया सी श्री गुरु अमरदास जी ने। ऑप्शन नंबर सी इज द राइट आंसर। अगला प्रश्न असीं करते हैं जी, बाउली तो तुहाडा की भाव है? हाँ जी, बाउली तो तुहाडा की भाव आ? तो इसका राइट आंसर है ऑप्शन नंबर सी, एक खूह जिस दे एक पासे ताल तक पौड़ियां हन। ऑप्शन सी इज द राइट आंसर। अगला प्रश्न है जी, गुरु अमरदास जी का समकाली मुगल शासक कौन सी? हाँ जी, गुरु अमरदास जी के समकाली मुगल शासक सन कौन सन? मैं तुहानूं ऑलरेडी दस्सिया है कि इन्हां दे मुगल शासक सन अकबर। ऑप्शन नंबर बी इज द राइट आंसर। अगला प्रश्न है जी, मंजी प्रणाली की स्थापना किसने की? हाँ जी, गुरु अमरदास जी जो सिखां दे तीजे गुरु सन, ये थोड़े बजुर्ग उम्र दे विच जाके गुरु बने सी ते इन्हां लई जगह जगह तुर फिर के सिख धर्म का प्रचार करना थोड़ा औखा सी, इसलिए इन्हां ने मंजी प्रणाली की स्थापना की सी जिस विच 22 मंजियां सन। ते ऑप्शन नंबर सी इज द राइट आंसर है। हरेक मंजी दे इन्हां ने मंजीदार सौंपे हुए सीगे कि मंजीदार आ जिहड़े उन्हां नूं चुनिया होया सी ते ओह जाके सिख धर्म का प्रचार करते सी जगह जगह। ठीक है, ते मंजी प्रणाली का मुख उद्देश की सी? हाँ जी, मंजी प्रणाली का मुख उद्देश की सी? जिवें कि मैं तुहानूं दस्सिया सिख धर्म का प्रचार करना। ठीक है, तो इत्थे राइट ऑप्शन आ तुहाडी ऑप्शन नंबर डी, सिख धर्म नूं फैलाउणा मंजी प्रणाली का मुख उद्देश सी। ऑप्शन नंबर डी इज द राइट आंसर। अगला प्रश्न, गुरु अमरदास जी का जन्म कित्थे होया सी? हाँ जी, देख सकते हो तुसीं ऑप्शन बाकी भी। गुरु अमरदास जी का जन्म बासरके विखे होया सी जो कि अमृतसर के जिले दे विच पैंदा। ऑप्शन ए इज द राइट आंसर। अगला प्रश्न है जी, हेठ लिखियां विचों किहड़ा बयान मंजी प्रणाली के संबंध विच सही नहीं है? देखो हुण इत्थे सही नहीं की गल होई आ। ठीक है, इन्हां दे विचों तुसीं जरूर ध्यान देना जदों भी इदां दे MCQ आउंदे आ कि कथन सही की गल पुछी है जां गलत की पुछी आ। ठीक है, इत्थे काली नहीं करनी, इस दे विच बहुत ज़्यादा गलतियां हुंदियां ने स्टूडेंट्स तो। तां हेठ लिखियां विचों किहड़ा बयान मंजी प्रणाली के संबंध विच सही नहीं है? पहलां असीं रीड कर लैंदे आ। ऑप्शन ए आ, मंजीदार के प्रचार का खेतर निश्चित नहीं सी। ये तो ठीक आ। ठीक है, ये जिहड़ा बयान आ ये सही आ कि मंजीदार के प्रचार का खेतर निश्चित नहीं सी। अगे मतलब सिख धर्म का प्रचार करना मंजीदार का मेन उद्देश सी। ठीक है, तो मंजीदार आ जिहड़ा उहदे प्रचार का खेतर फिर कोई निश्चित नहीं सी। ठीक है, अगे मंजीदार का आउंदा वंशवादी सी, ये जरूरी नहीं। ठीक है, मंजीदार का जिहड़ा आउंदा वा वो जरूरी नहीं कि वंशवादी होई सी। अगला प्रश्न, सिख धर्म लई पैसे इकत्तर करना। हाँ जी, सिख धर्म लई पैसे भी इकत्तर करते सी मंजीदार, फिर जिथे गुरु अमरदास जी का मेन स्थान से उत्थे आउंदे सी ते उस तो बाद वो पैसे जिहड़े इकत्तर कीते सी धार्मिक कामां दे लई ही वरते जांदे सी, जिवें आपां कह सकते हैं गुरुद्वारियां दे लई, लंगर दे लई। ठीक है, फिर मंजीदार धार्मिक उपदेश दिंदे सी, ये भी बिल्कुल ठीक है। तो इसका राइट आंसर किहड़ा बनिया? ऑप्शन बी। ठीक है, ऑप्शन बी इज द राइट आंसर। इस गल का तुसीं ध्यान रखना, वेरी इंपॉर्टेंट।
हाँ जी, संगत तो पहला पंगत संकल्प किस द्वारा दिता गया सी? जिवें कि तुहानूं पता है श्री गुरु नानक देव जी ने संगत पंगत ते लंगर का उपदेश दिता सी, जां प्रथा शुरू की सीगी लंगर दी, संगत दी, पंगत दी। ठीक है, पर संगत तो पहला पंगत, इसका मतलब की है? पंगत का मतलब हुंदा करतार, एक करतार दे विच बैठ के लंगर छकना। इसका जिहड़ा उपदेश सीगा सानू आपां कह सकते हैं श्री गुरु नानक देव जी ने दिता सीगा। संगत पंगत की प्रथा उन्होंने शुरू की सी, लंगर की प्रथा उन्होंने शुरू की सी। पर संगत तो पहला पंगत मतलब उन्होंने की किया सी? इक्को करतार दे विच बैठ के लंगर छकना। ठीक है, संगत तो पहला पंगत का उपदेश दिता सीगा जां संकल्प कीता सीगा, ये कीता सी श्री गुरु अमरदास जी ने। ठीक है जी, तो इसका राइट ऑप्शन है साडे कोले ऑप्शन नंबर सी। अगला प्रश्न है जी, संगत तो पहला पंगत संकल्प किस द्वारा दिता गया सी? हाँ जी, रिपीट हो गया है अपने को। अगला प्रश्न हुण इसका आंसर तुसी कमेंट बॉक्स दे विच लिखोगे। हाँ जी, अगला प्रश्न है साडे कोल, सिख धर्म विच अंतरजाती विआह नूं उत्साहित करने वाले निम्नलिखित विचों पहले गुरु कौन सन? वैरी इंपॉर्टेंट। हाँ जी, देखो एक अलग जा बन रहा वा, सिख धर्म विच अंतरजाती विआह नूं उत्साहित करने वाले निम्नलिखित विचों पहले गुरु होए सी श्री गुरु अमरदास जी। ठीक है जी, ऑप्शन सी इज द राइट आंसर। अगला प्रश्न, अमृतसर की उसारी तो पहला सिखां दे धार्मिक कारजां लई मुख केंद्र किहड़ा सी? हाँ जी, अमृतसर की उसारी तो पहला सिखां दे धार्मिक कारजां दा मुख केंद्र सी गोयंदवाल। ऑप्शन नंबर बी इज द राइट आंसर। अगला प्रश्न, मुगल राजा अकबर अते गुरु अमरदास जी कित्थे मिले सन? हाँ जी, मुगल राजा अकबर अते गुरु अमरदास जी ये कित्थे मिले सी? गोयंदवाल विच ही मिले सी। ये याद रखना, गोयंदवाल शहर की स्थापना की सी श्री गुरु अमरदास जी ने। ठीक है, तो इत्थे ही मुगल राजा अकबर अते गुरु अमरदास जी मिले सी। तो इस दे नाल ही रिलेटिड तुसी याद रखना कि अमृतसर की उसारी तो पहला सिखां दे धार्मिक कारजां लई प्रमुख केंद्र गोयंदवाल मन्निया जांदा सी। ठीक है, हुण तां अमृतसर मन्निया जांदा ना, पहला गोयंदवाल सी। अगे, किहड़े गुरु ने शब्द कहे सन? सतिया एह ना आखिए जो मड़िया लग जलन, नानक सतियां जानिए जी विरहे चोट मरण। हाँ जी, जिवें कि तुहानूं पता पहला सती प्रथा बहुत प्रचलित सी, जिस दे विच की कीता जांदा सी कि जेकर हसबैंड की डैथ हुंदी सी तां वाइफ नूं नाल ही जिउंदियां जला दिता जांदा सी। ठीक है, सती प्रथा उसका विरोध किया सी श्री गुरु अमरदास जी ने, तो उन्होंने ये लाइन बोली सी जां आपां कह सकते हैं बाणी की रचना की कि सतिया ए ना आखिए जो मड़िया लग जलन, नानक सतिया जानिए जी बिरहे चोट मरण। तो ऑप्शन सी इज द राइट आंसर है जी, श्री गुरु अमरदास जी ने शब्द कहे सी। ठीक है जी, अगला प्रश्न, सिख धर्म विच परदा प्रथा का विरोध करने वाले पहले गुरु कौन सन? हाँ जी, अंतरजाती विआह कराउण वाले, सिख धर्म विच परदा प्रथा का विरोध करने वाले, सती प्रथा का विरोध करने वाले गुरु बने सन श्री गुरु अमरदास जी। ऑप्शन नंबर बी इज द राइट आंसर, इन्होंने विरोध किया सी। ठीक है, अगला प्रश्न, आनंद साहिब की रचना किसने की? हाँ जी, जिहड़ी आपां बाणी पढ़ते हैं आनंद साहिब की रचना, ठीक है, आनंद साहिब बाणी, इसकी रचना की सी सिखां दे तीजे गुरु श्री गुरु अमरदास जी ने। ऑप्शन नंबर सी इज द राइट आंसर। आनंद साहिब की बाणी किसी भी कारज नूं शुरू करन तो पहला करनी मतलब कि वधिया मन्नी जाती है। ठीक है, किसी भी कारज नूं शुरू करन तो पहला आनंद साहिब की बाणी ही पढ़ी जाती है। अगला प्रश्न, गोयंदवाल विखे मुगल शासक गुरु अमरदास जी नूं मिलन आया सी? हाँ जी, गोयंदवाल विखे किहड़ा मुगल शासक आ जिहड़ा श्री गुरु अमरदास जी नूं मिलन लई आया सी? तो इसका राइट आंसर है ऑप्शन नंबर बी, अकबर। अकबर गोयंदवाल विखे गुरु अमरदास जी नूं मिलन आया सी। अगला प्रश्न है जी, अगले प्रश्न दे विच की है, सिख धर्म विच सती प्रणाली का विरोध करने वाले गुरुआं विचों सब तो पहला कौन सी? हाँ जी, मैं तुहानूं ऑलरेडी दस चुकी हूँ, उम्मीद करती हूँ कि इसका आंसर तुसीं सारे ही कमेंट बॉक्स दे विच दोगे। सिख धर्म विच सती प्रणाली का विरोध करने वाले गुरुआं विचों सब तो पहले गुरु बने सन
श्री गुरु अमरदास जी। ठीक है, अगला प्रश्न है जी, गद्दी लई खानदानी प्रणाली किस गुरु तो आरंभ की गई सी? हाँ जी, गुरगद्दी दे लई जिहड़ी खानदानी प्रणाली आ वो किहड़े गुरु साहिबान तो आरंभ की गई सी? तां तुसीं देखो सब तो पहला ये जरूर याद रखना कि गुरु नानक देव जी ने अपना उत्तराधिकारी श्री गुरु अंगद देव जी नूं सौंपिया सी। ठीक है, पर उन्हां दे विचों, ठीक है, आपां जेकर गल करिए उन्हां दे जिहड़े पुत्तर सीगे वो उन्हां दी खानदानी प्रणाली मन्नी जानी सी जेकर उन्हां दे पुत्तरां नूं गद्दी मिलदी। ठीक है, पर उन्होंने भाई लैणा जी नूं अपना उत्तराधिकारी थापिया सी ते उस तो बाद श्री गुरु अंगद देव जी ने श्री गुरु अमरदास जी नूं अपना उत्तराधिकारी बनाया। फिर श्री गुरु अमरदास जी ने श्री गुरु रामदास जी नूं उत्तराधिकारी बनाया ते श्री गुरु रामदास जी दे पुत्तर सन श्री गुरु अर्जन देव जी, इन्हां ने श्री गुरु अर्जन देव जी नूं अपना उत्तराधिकारी बनाया। तो इत्थे इसका राइट आंसर बनेगा ऑप्शन ए, श्री गुरु रामदास जी ने सब तो पहला अपने खानदान दे विच जिहड़ी गद्दी आ वो देनी शुरू की सी। ठीक है, गुरगद्दी संभालनी शुरू की सी अपने खानदान दे विच, इन्हां ने सब तो पहला दित्ती सी। सिख इतिहास विच किहड़े स्थान नूं सिखां दा पहला धार्मिक केंद्र मन्निया जांदा है? हाँ जी, सिख इतिहास दे विच सिखां दा पहला धार्मिक केंद्र मैं तुहानूं ऑलरेडी दस्सिया अमृतसर। तो श्री गुरु रामदास जी ने अमृतसर शहर की स्थापना की सी श्री गुरु रामदास जी ने। ठीक है, ये हुण तां यह मन्निया जांदा धार्मिक केंद्र साडा मेन, पर इस तो पहलां किहड़ा मन्निया जांदा सी? ते इस तो पहलां मन्निया जांदा सी जी गोयंदवाल। ऑप्शन नंबर सी इज़ द राइट आंसर। ठीक है, गोयंदवाल। हुण तां अमृतसर मन्निया जांदा ना, इस दी स्थापना चौथे गुरु ने कीती सी ते उस चौथे गुरु तो पहलां सिखां दा जिहड़ा मेन धार्मिक केंद्र सी वो गोयंदवाल सी। ठीक है जी, अगला प्रश्न असीं करदे हां। इत्थे तुहानूं इमेज नहीं दिख रही PDF दे विच, आपां थोड़ी घटा लैंदे हां तां जो तुहानूं क्लीयरली दिख सके। अगला प्रश्न है जी, श्री गुरु अमरदास जी दीयां किन्नियां बाणियां गुरु ग्रंथ साहिब विच हन? हाँ जी, मैं जिवें कि तुहानूं दस्सिया तुसीं नाल दी नाल नोट जरूर कर लेना क्योंकि तुहाडे लई बहुत इंपॉर्टेंट आ। ठीक है, कि गुरु नानक देव जी दीयां किन्नियां बाणियां ने ते श्री गुरु अंगद देव जी दीयां किन्नियां बाणियां ने ते श्री गुरु अमरदास जी दीयां किन्नियां बाणियां श्री गुरु ग्रंथ साहिब जी दे विच दर्ज ने। तो इस गल दा जानी कि इस गल दा तुसीं ध्यान रखना कि किहड़ियां बाणियां जां किन्नियां बाणियां किहड़े गुरु साहिबान दीयां श्री गुरु ग्रंथ साहिब जी दे विच दर्ज आ। तां सब तो पहलां असीं गल कर रहे हैं, इस दा राइट आंसर है ऑप्शन बी 907। गुरु अमरदास जी दीयां बाणियां किन्नियां ने? 907 आ श्री गुरु ग्रंथ साहिब जी दे विच। ऑप्शन नंबर बी इज़ द राइट आंसर। अगला प्रश्न, गुरु अमरदास जी का वारिश कौन सी, जां कह सकते हैं उत्तराधिकारी कौन सी? ठीक है, गुरु अमरदास जी का वारिश कौन बनया सी, उत्तराधिकारी कौन बनया सी? भाई जेठा जी। ठीक है जी, भाई जेठा जी। ऑप्शन ए इज़ द राइट आंसर। अगला प्रश्न, सिरोपा की रस्म किसने आरंभ की सी? वेरी वेरी इंपॉर्टेंट। हाँ जी, सिरोपा की रस्म किसने आरंभ की सी? तो इसका राइट आंसर है जी ऑप्शन नंबर बी, श्री गुरु अमरदास जी ने। अगला प्रश्न, कड़ाह प्रसाद की रस्म किसने आरंभ की सी? हाँ जी, कड़ाह प्रसाद की रस्म श्री गुरु अमरदास जी ने आरंभ की सी। ऑप्शन नंबर सी इज़ द राइट आंसर। अगला प्रश्न है जी, वेरी वेरी इंपॉर्टेंट, मंजी प्रणाली दियां उप शाखावां नूं की कहंदे हन? हाँ जी, मंजी प्रणाली दियां उप शाखावां नूं की बोलदे सी? ऑप्शन तुहानूं मैं सारियां ही दिखा दिन्नी आ, तुहाडे सामने आ। तां मंजी दियां जिहड़ियां उप शाखावां सी इन्हां नूं पौड़ी बोलिया जांदा। ऑप्शन सी इज़ द राइट आंसर। अगला प्रश्न, मंजी प्रणाली दे मुखी नूं की कहंदे सन? हाँ जी, मंजी प्रणाली दे मुखी नूं मंजीदार बोलदे सी। ऑप्शन नंबर ए इज़ द राइट आंसर। अगला प्रश्न, श्री गुरु अमरदास जी के समय लंगर प्रणाली तो प्रभाव होकर मुगल राजा अकबर द्वारा किहड़ा टैक्स खत्म कर दिता गया सी? हाँ जी, श्री गुरु अमरदास जी के समय लंगर प्रणाली तो प्रभाव होकर मुगल राजा अकबर ने किहड़ा टैक्स खत्म किया सी? जजिया।
ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਉਹਨਾਂ ਨੇ ਜਜ਼ੀਆ ਟੈਕਸ ਸੀਗਾ ਜਾਂ ਜਜ਼ੀਆ ਕਰ ਸੀ ਜਿਹੜਾ ਖਤਮ ਕਰਤਾ ਸੀ ਲੰਗਰ ਪ੍ਰਥਾ ਤੋਂ ਪ੍ਰਭਾਵ ਹੋ ਕੇ, ਲੰਗਰ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਵਰ ਕਰਾਂਗੇ। ਠੀਕ ਹੈ, ਇਸ ਤਰ੍ਹਾਂ ਅਸੀਂ 10 ਸਿੱਖ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਆਪਣੇ ਟੌਪਿਕ ਕਵਰ ਕਰਨ ਤੋਂ ਬਾਅਦ ਜਿਵੇਂ ਜਿਵੇਂ ਪੰਜਾਬ ਦਾ ਜੋ ਸਮਾਂ ਸੀਗਾ ਉਹ ਕਵਰ ਕਰਦੇ ਜਾਵਾਂਗੇ, ਜਿਸ ਦੇ ਨਾਲ ਤੁਹਾਡੀ ਹੁਣ ਤੱਕ ਦੀ ਸਾਰੀ ਹਿਸਟਰੀ ਆ ਜਿਹੜੀ ਕਵਰ ਹੋ ਜਾਵੇਗੀ ਤੇ ਤੁਸੀਂ ਕੋਈ ਵੀ ਐਗਜ਼ਾਮ ਆ ਜਿਹੜਾ ਆਸਾਨੀ ਦੇ ਨਾਲ ਕਰੈਕ ਕਰ ਸਕਦੇ ਹੋ। ਤਾਂ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ। ਥੈਂਕਸ ਫॉर ਵਾਚਿੰਗ।